ਗੁਰਤਾ ਗੱਦੀ ਤੇ ਬਿਰਾਜਮਾਨ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ, ਸਾਰੀ ਮਨੁੱਖਤਾ ਨੂੰ ਪਰਮਾਤਮਾ ਦੀ ਬਾਤ ਸੁਣਾਉਣ ਵਾਲੇ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਅਤੀ ਸਤਿਕਾਰਯੋਗ ਸਤ ਸੰਗੀ ਪਿਆਰਿਓ, ਵੱਡਿਆਂ ਭਾਗਾਂ ਵਾਲੇ ਹੋਏ ਰਾਤਰੀ ਦੇ ਸਜੇ ਹੋਏ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹੋ। ਬੜੇ ਅਦਬ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸਰਵਣ ਕੀਤੇ ਹਨ। ਆਓ ਸਾਧ ਸੰਗਤ ਕੁਝ ਸਮੇਂ ਦੇ ਲਈ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਜੀ ਦੇ ਘਰ ਦੀ ਪਾਵਨ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕਰ ਸਕੀਏ। ਉਪਰੰਤ ਆਪ ਜੀਆਂ ਨੂੰ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਗੁਰਬਾਣੀ ਦਾ ਪਾਵਨ ਮਨੋਹਰ ਕੀਰਤਨ ਸਰਵਣ ਕਰਵਾਉਣਗੇ। ਆਓ ਕੁਝ ਸਮੇਂ ਦੇ ਲਈ ਪਾਵਨ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਬਖਸ਼ੋ ਆਸੀਸ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਅਸੀਂ ਸਾਰੇ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਪਾਵਨ ਗੋਦ ਦੇ ਅੰਦਰ ਸੁਸ਼ੋਭਿਤ ਹੋ ਬੈਠੇ ਹਾਂ। ਅਸੀਂ ਉਸ ਗੁਰੂ ਦੀ ਗੋਦ ਵਿੱਚ ਬੈਠੇ ਹੋਏ ਹਾਂ ਜਿਹੜਾ ਗੁਰੂ ਸਦਾ ਹੀ ਨਵਾਂ ਹੈ, ਜਿਸ ਗੁਰੂ ਦੀ ਵਿਚਾਰਧਾਰਾ ਸਦਾ ਹੀ ਨਵੀਂ ਹੈ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹੋਇਆਂ ਸਿੱਖ ਨਾ ਅੱਕਦਾ ਹੈ ਨਾ ਥੱਕਦਾ ਹੈ। ਔਰ ਗੁਰੂ ਸਾਹਿਬ ਜੀ ਨੇ ਸਾਡੀ ਰੂਟੀਨ ਦੀਆਂ ਬਾਣੀਆਂ ਦੇ ਵਿੱਚ ਸਾਨੂੰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਬਖਸ਼ਿਸ਼ ਕਰ ਦਿੱਤੀ। ਥੋੜੀ ਜਿਹੀ ਤਵੱਜੋ ਦਿਓ ਸਾਧ ਸੰਗਤ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਹੁਣ ਸਾਨੂੰ ਰੂਟੀਨ ਦੇ ਵਿੱਚ, ਨਿਤਨੇਮ ਦੇ ਵਿੱਚ ਸਾਡੀ ਸ਼ਾਮਲ ਕਰਕੇ ਸਾਡੀ ਝੋਲੀ ਵਿੱਚ ਪਾ ਦਿੱਤੀ ਹੈ। ਅਸੀਂ ਜਦੋਂ ਰੋਜ਼ਾਨਾ ਹੀ ਜਪਜੀ ਸਾਹਿਬ ਜੀ ਦਾ ਪਾਠ ਕਰਾਂਗੇ ਨਾ, ਅਸੀਂ ਭੁੱਲੜ, ਅਸੀਂ ਮਨਮੁਖ ਕਹਿ ਸਕਦੇ ਹਾਂ, ਅਸੀਂ ਮੇਰੇ ਸਮੇਤ ਅਸੀਂ ਜਿੰਨੇ ਵੀ ਹਾਂ ਜੀ, ਅਸੀਂ ਕੁਝ ਲੋਕ ਧਿਆਨ ਨਹੀਂ ਦਿੰਦੇ ਤੇ ਅਸੀਂ ਰੋਜ਼ਾਨਾ ਹੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ। ਔਰ ਸਾਨੂੰ ਕਈ ਵਾਰ ਲੰਮਾ ਸਮਾਂ ਬਤੀਤ ਹੋ ਜਾਂਦਾ ਕਿਸੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਰਹੇ ਨੇ ਔਰ ਸਾਨੂੰ ਵਿੱਚੋਂ ਲੱਭਦਾ ਕੱਖ ਵੀ ਨਹੀਂ। ਮੈਨੂੰ ਮਾਫ ਕਰਿਓ, ਕਈ ਵਾਰ ਇਦਾਂ ਹੁੰਦਾ ਹੈ। ਸਾਰਿਆਂ ਨਾਲ ਨਹੀਂ, ਬਹੁਤਿਆਂ ਨਾਲ ਇਸੇ ਤਰ੍ਹਾਂ ਹੀ ਹੁੰਦਾ। ਔਰ ਜਿਨ੍ਹਾਂ ਦੇ ਨਾਲ ਹੁੰਦਾ ਉਹਨਾਂ ਨੂੰ ਆਪਣੇ ਤੇ ਗੱਲ ਲਾ ਲੈਣੀ ਚਾਹੀਦੀ ਹੈ। ਸਾਰਿਆਂ ਦੇ ਨਾਲ ਨਹੀਂ। ਕਈ ਮੇਰੀਆਂ ਬਜ਼ੁਰਗ ਮਾਵਾਂ ਵੀ ਜਦੋਂ ਬਾਣੀ ਪੜ੍ਹਦੀਆਂ ਨੇ ਉਹ ਪਤਾ ਕਿੱਦਾਂ ਪੜ੍ਹਨਗੀਆਂ ਜੀ। ਤੀਰਥ ਨਾਵਾਂ ਜੇ ਤਿਸ ਵਿਣ ਭਾਣੇ ਕੇ, ਨਾਹੀ ਕਰੀ ਭਰੀਐ ਹੱਥ, ਪੈਰ ਤਨ ਦੇਹ ਪਾਣੀ ਧੋਤੈ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਐ ਉਹ ਧੋਏ, ਭਰੀਐ ਮਤ ਉਹ ਧੋਪੈ। ਐਂ ਜਦੋਂ ਬਾਣੀ ਪੜ੍ਹਦੀਆਂ ਨਾ ਪਿਆਰ ਦੇ ਨਾਲ ਬਜ਼ੁਰਗ ਮਾਵਾਂ, ਤੇ ਸੱਚੀ ਗੱਲ ਉਹਨਾਂ ਦੇ ਇੱਕ ਇੱਕ ਉਹ ਹੁਣ ਬਾਣੀ ਪੜ੍ਹ ਰਹੀਆਂ, ਨਾਲ ਦੀ ਨਾਲ ਉਹ ਆਪਣੇ ਮਨ ਵਿੱਚ, ਦਿਮਾਗ ਵਿੱਚ ਵਿਚਾਰ ਵੀ ਰਹੀਆਂ ਕਿ ਜੇ ਪਾਪਾਂ ਦੇ ਨਾਲ ਮੱਤ ਮਲੀਨ ਹੋ ਗਈ ਤੇ ਇਹ ਸਾਬਣ ਦੇ ਨਾਲ ਤੇ ਪਾਣੀ ਦੇ ਨਾਲ ਨਹੀਂ ਧੁੱਪਣੀ। ਇਹਨੂੰ ਦੁਨੀਆ ਦਾ ਕੋਈ ਕੈਮੀਕਲ ਨਹੀਂ ਧੋ ਸਕਦਾ। ਜੇ ਮੱਤ ਪਾਪਾਂ ਨਾਲ ਭਰ ਗਈ ਤੇ ਇਹਨੂੰ ਇੱਕੋ ਹੀ ਇੱਕ ਜ਼ਰੀਆ ਹੈ, ਇੱਕੋ ਹੀ ਇੱਕ ਤਰੀਕਾ ਹੈ, ਉਹ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਘਰ, ਰੱਬ ਦਾ ਨਾਮ ਜਿਹੜਾ ਇਸ ਮੱਤ ਵਿੱਚ ਪਏ ਹੋਏ ਪਾਪਾਂ ਨੂੰ ਦੂਰ ਕਰ ਸਕਦਾ ਹੈ। ਖੈਰ ਗੁਰੂ ਬਖਸ਼ਿਸ਼ ਕਰੇ। ਪਿਆਰੇ, ਸਾਡੀ ਕਈ ਵਾਰ ਲੰਮਾ ਸਮਾਂ ਉਮਰ ਲੰਘ ਜਾਂਦੀ ਹੈ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਨਹੀਂ ਕੁਝ ਖੱਟ ਪਾਉਂਦੇ। ਤੇ ਇੱਕ ਬੇਨਤੀ ਕਰਾਂ ਜੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਜਪਜੀ ਸਾਹਿਬ ਵਿੱਚੋਂ ਕੁਝ ਲੱਭਣਾ ਹੋਏ ਨਾ ਜੀ, ਉਹ ਰੋਜ਼ ਪੜ੍ਹਦੇ ਆ ਤੇ ਰੋਜ਼ ਹੀ ਕੁਝ ਨਾ ਕੁਝ ਲੱਭਦੇ ਆ। ਐਵੇਂ ਨਹੀਂ ਸੀ ਆਖਿਆ ਗੁਰੂ ਨੇ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ। ਐਵੇਂ ਥੋੜੀ ਆਖਿਆ ਸੀ। ਕਿਤੇ ਸਾਲ ਆਉਂਦਾ, ਸਾਲ ਪੁਰਾਣਾ ਹੋ ਜਾਂਦਾ, ਨਵਾਂ ਸਾਲ ਚੜ੍ਹ ਪੈਂਦਾ। 2019 ਆਇਆ ਚਲਿਆ ਗਿਆ, 2020 ਆਇਆ, ਇਹਨੇ ਵੀ ਚਲੇ ਜਾਣੇ। ਪਰ ਹੁਣ ਜਿਹੜੀ ਗੁਰੂ ਸਾਹਿਬ ਜੀ ਨੇ ਨਾ ਸਾਡੇ, ਉਹ ਸਦਾ ਹੀ ਨਵੇਕਲੇ। ਸਾਡੇ ਵਾਸਤੇ ਅੱਜ ਨਵਾਂ ਸਾਲ ਚੜ੍ਹਿਆ, ਸਿੱਖਾਂ ਵਾਸਤੇ ਹਰ ਦਿਨ, ਹਰ ਪਲ, ਹਰ ਘੜੀ ਹੀ ਨਵਾਂ ਹੈ। ਨਵੇਕਲੀ ਵਿਚਾਰਧਾਰਾ ਲੈ ਕੇ ਸਿੱਖ ਜਿਉਂਦਾ ਹੈ।
सिख नूं ते सिख दी झोली विच ते गुरु एडा महान पा छड्डिया ना साडे गुरु साहब ने। शब्द गुरु साडी झोली विच एडे कमाल दा पाया। सिखा नित जपजी साहब पढ़ ते नित ही नवीं विचारधारा लैके जिंदगी जिओ। पर मैनूं माफ करिओ, असीं बहुत वारी बाणी पढ़न वाले ना कई बार लभ नहीं पाउंदे। खैर असीं जिहड़ी गुरु दी गोद विच बैठे आ ना जी, साडे ते बड़ा परोपकार कीता है जी गुरु ने। दुनिया के बहुत ग्रंथ आ जी, दुनिया के उत्ते धर्म ग्रंथों की गिनती करन लग पई है ना जी, धर्म ग्रंथों की गिनती नहीं की जा सकती, इन्ने धार्मिक ग्रंथ आ। पर किसी भी ग्रंथ नूं गुरु होने का मान नहीं मिलिया जी, किसी नूं नहीं मिलिया। हालांकि असीं किसी की निखेधी नहीं कर रहे, किसी ग्रंथ नूं माड़ा नहीं कह रहे जी। असीं बाइबल नूं, असीं कुरान नूं, असीं किसी नूं भी माड़ा नहीं कह रहे, पर असीं ये गल पक्ष रख रहे हैं कि किसी नूं गुरु होने का मान नहीं मिलिया। जे गुरु होने का मान मिले तो धन सतगुरु श्री गुरु ग्रंथ साहिब जी नूं मिलिया। हुण तुसीं उस गुरु ग्रंथ साहिब जी की गोद विच बैठे हो। एक बार ना जी नारद पंचम जिहड़ा है ना जी, वो हिंदुस्तान की धरती ते आउंदा है। उन्होंने तुहानूं पता है जी, जिहड़े राजसी पक्ष दे नाल संबंध रखने वाले लोग हुंदे आ ना जी, इन्हां दा दिमाग बहुत चलदा ते हरेक पक्ष नूं बड़े नेड़े हो के विचारदे आ। इन्हां ने धार्मिक पक्ष भी वेखना हुंदा कि लोक धर्म दे नाल किन्ना क जुड़े होए। उन्हें आके ऐलान कर दिता, कहंदा जिन्ने भी इस धरती दे उत्ते, जिन्ने भी हिंदुस्तान दे विच धर्म ने, वो सारे आपो अपने धार्मिक ग्रंथां जां धार्मिक अकीदियां दे मुताबिक मेरे कोल चल के आउण। इत्थे चार ही धर्म संसार संगत मुख रूप दे विच, सिख, हिंदू वीर, मुसलमान वीर ते ईसाई वीर। हुण हिंदू वीर ने की कीता, पंडित ने अपना जिहड़ा धार्मिक ग्रंथ सी उन्होंने बगल दे विच लिया ते वो उस नारद पंचम दे कोल पहुंच गया। बाइबल वालियां ने अपनी बाइबल लै लई, कुरान वालियां ने अपनी कुरान लै लई ते ये साध संगत उत्थे पहुंच गए। हुण जदों सिखां दे गुरु ग्रंथ साहिब जी की वारी आई ना, इत्थे अगवाई कर रहा संत अतर सिंह जी मस्तूआणे वाले। एक हाथी दे उत्ते पालकी सजाई गई, विच गुरु ग्रंथ साहिब सच्चे पातशाह जी नूं रखिया गया, सत्कार दे नाल प्रकाश किया गया ते उस हजूरी दे विच बैठे हुए संत बाबा अतर सिंह जी मस्तूआणे वाले चौर साहब कर रहा है। 5 सिंह अगे निशान साहब लैके तुर रहे, पिछे हाथी है, हाथी दे उत्ते गुरु साहब जी का स्वरूप है ते हजूरी विच बैठे हुए ने संत जी ते चौर साहब कर रहे हैं ते पिछे संगतां ने ते नाले पढ़िया जा रहा है। की पढ़िया जा रहा है जी भला? को हर समान नहीं राजा, ये भूपत सब दिवस चार के झूठे करत देवाचा। बड़ी बड़ी बुलंद आवाज में सारे ही पढ़ रहे थे कि इस हरी वर्गा, साडे राजे वर्गा जिहड़ा गुरु साडी झोली विच पाया है ना, इस महाराजे वर्गा, इस राजे वर्गा दुनिया ते कोई राजा महाराजा नहीं है। साडे वास्ते इहो राजा महाराजा सब तो महान है। कहंदे ए भूपत सब दिवस चार के, ए भूपत सब झूठे करत देवाजा, झूठे करत देवाजा, झूठे करत। सारे जी वीरा वाले पासों आवाज नहीं आ रही। झूठे करत देवाजा, झूठे करत। एक बेनती करा जी, आपां है भावें थोड़े, चमकौर की गढ़ी विच किन्ने सी जी भला? 40। बोलियो जी किन्ने सी? ते जदों अंदर वो जकारा छड्डिया, बाहरलियां दे पैरां थल्ले जमीन निकल गई, कहंदे पता नहीं किन्ने के अंदर। बोलो प्यारे, अंदर इन्नी बुलंद हैगे 40 सी। जदों बाहर एक दूजे नाल गल्लां करन लग पे ना आके, कहंदे नाना, कहंदे तू ते कहंदा सी अंदर 100 होएगा, अंदर 50-60 होणगे। आवाज ते इदां ही जिद्दां पता नहीं किन्ने कुंदे अंदर हज़ारां दी गिनती विच हुंदे हैगे थोड़े सन, पर उन्हां दी आवाज इन्नी बुलंद सी कि उन्हां ने साबित कर दिता कि तुसीं ये ना समझिओ कि असीं सहजे ही तुहानूं चमकौर दी गढ़ी छड्ड के चले जावांगे। एडी छेती नहीं जाण वाले असीं, एडी छेती नहीं जावांगे। उत्थे ते 40 सी तो जकारा छड्ड के साबित करता। असीं साबित नहीं करना जी, असीं केवल ते केवल अपनी रसना तो बाणी नूं गा के ते असीं अपनी रसना नूं पवित्र करना, अपने ज्ञान इंद्रियां नूं पवित्र करना। सारे पढ़ो जी। को हर समान नहीं राजा, को हर समान नहीं राजा, को हर समान नहीं, को हर समान नहीं, वाह वाह। को हर समान नहीं राजा, को हर समान नहीं,
ਇਹ ਭੂਪਤ ਸਭ ਦਿਵਸ ਚਾਰ ਕੇ, ਇਹ ਭੂਪਤ ਸਭ ਝੂਠੇ ਕਰਤ ਦਿਵਾਜਾ, ਝੂਠੇ ਕਰਤ ਦਿਵਾਜਾ, ਝੂਠੇ ਕਰਤ, ਝੂਠੇ ਕਰਤ। ਸਾਰੇ ਜਣੇ ਨਾ ਜੀ ਏਦਾਂ ਹੀ ਪੜ੍ਹਦੇ ਜਾ ਰਹੇ ਸੀ। ਜਦੋਂ ਨਾਰਦ ਪੰਚਮ ਦੇ ਕੋਲ ਪਹੁੰਚੇ ਨਾ, ਤੇ ਨਾਰਦ ਪੰਚਮ ਦੇ ਨਾ ਜਿਹੜਾ ਅੰਦਰ ਉਹ ਬੈਠਾ ਹੋਇਆ ਸੀ ਆਪਣਾ ਆਸਣ ਲਾ ਕੇ ਜੀ, ਤੇ ਉਹਦਾ ਨਾ ਗੇਟਕੀਪਰ ਬਾਹਰ ਖਲੋਤਾ ਸੀ, ਤੇ ਉਹਨੇ ਨਾ ਅੰਦਰ ਜਾ ਕੇ ਦੱਸਿਆ, ਕਹਿੰਦਾ ਸਿੱਖ ਨਾ ਆਪਣੇ ਧਾਰਮਿਕ ਗ੍ਰੰਥ ਨੂੰ ਲੈ ਕੇ ਅੰਦਰ ਆ ਰਹੇ ਆ, ਕਹਿੰਦੇ ਆ ਲੈਣ ਦਿਓ। ਤੇ ਪਤਾ ਜੀ ਉਹ ਸੰਤ ਬਾਬਾ ਅਤਰ ਸਿੰਘ ਮਸਤੂ ਵਾਲਿਆਂ ਨੇ ਪਤਾ ਕੀ ਆਖਿਆ ਜੀ, ਕਹਿੰਦੇ ਪਹਿਲੋਂ ਇੰਜ ਕਹੋ ਕਿ ਨਾਰਦ ਪੰਚਮ ਆਪਣਾ ਆਸਣ ਛੱਡੇ ਤੇ ਸਾਡਾ ਗੁਰੂ ਗ੍ਰੰਥ ਸਾਹਿਬ ਫਿਰ ਅਸੀਂ ਅੰਦਰ ਲੈ ਕੇ ਜਾਵਾਂਗੇ। ਪਹਿਲੋਂ ਨਾਰਦ ਪੰਚਮ ਆਪਣਾ ਆਸਣ ਤਿਆਗੇ, ਅਸੀਂ ਕਿਸੇ ਕੋਈ ਮਨੁੱਖ ਕਿਸੇ ਗੱਦੀ ਤੇ ਬੈਠਾ ਹੋਵੇ, ਕਿਸੇ ਆਸਣ ਤੇ ਬੈਠਾ ਹੋਵੇ, ਸਾਡਾ ਗੁਰੂ ਉੱਥੇ ਨਹੀਂ ਜਾਂਦਾ ਸੀ। ਸਾਡਾ ਗੁਰੂ ਤੇ ਆਪ ਆਸਣਾਂ ਦਾ ਮਾਲਕ ਹੈ, ਗੱਦੀਆਂ ਦਾ ਮਾਲਕ ਹੈ। ਉਹਨੂੰ ਨਾਰਦ ਪੰਚਮ ਨੂੰ ਕਹੋ ਪਹਿਲੋਂ ਆਪਣੀ ਗੱਦੀ ਆਸਣ ਛੱਡੇ ਤੇ ਫਿਰ ਅਸੀਂ ਆਪਣਾ ਗੁਰੂ ਅੰਦਰ ਲੈ ਕੇ ਆਵਾਂਗੇ। ਨਾਰਦ ਪੰਚਮ ਨੂੰ ਆਪਣਾ ਆਸਣ ਤਿਆਗਣਾ ਪਿਆ ਜੀ, ਗੁਰੂ ਦੇ ਦਰਸ਼ਨ ਕਰਨੇ ਸੀ ਨਾ, ਉਹਨੇ ਆਪਣਾ ਆਸਣ ਉਹਨੇ ਤਿਆਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲੈ ਕੇ ਗਏ। ਕਹਿੰਦੇ ਅੰਦਰ ਤਿਆਰੀ ਕੀਤੀ ਗਈ, ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਹੁਕਮਨਾਮਾ ਲਿਆ ਗਿਆ। ਨਾਰਦ ਪੰਚਮ ਉੱਠ ਖਲੋਤਾ ਜੀ, ਬੈਠਾ ਸੀ ਸੰਗਤ ਵਿੱਚ, ਜਿਹਦਾ ਤੁਸੀਂ ਬੈਠੇ ਨਾ ਤਾਂ ਸੰਗਤ ਵਿੱਚ ਬੈਠਾ ਸੀ, ਉੱਠ ਖਲੋਤਾ। ਸਾਰਿਆਂ ਨੂੰ ਪਤਾ ਕੀ ਕਹਿੰਦਾ, ਕਹਿੰਦਾ ਜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਤਰ੍ਹਾਂ ਸਤਿਕਾਰ ਕਰਦੇ ਰਹੇ ਤੇ ਦੁਨੀਆ ਦੀ ਕੋਈ ਤਾਕਤ ਇਹਨਾਂ ਨੂੰ ਹਿਲਾ ਨਹੀਂ ਸਕਦੀ। ਦੁਨੀਆ ਦੀ ਕੋਈ ਵੱਡੀ ਤੋਂ ਵੱਡੀ ਤਾਕਤ ਵੀ ਇਹਨਾਂ ਨੂੰ ਹਿਲਾ ਨਹੀਂ ਸਕਦੀ ਜੇ ਇਦਾਂ ਸਤਿਕਾਰ ਕਰਦੇ ਰਹੇ ਗੁਰੂ ਗ੍ਰੰਥ ਸਾਹਿਬ। ਜੇ ਇੰਨਾ ਪਿਆਰ ਕਰਦੇ ਆ ਨਾ, ਜੇ ਇੰਨੀ ਗੱਲ ਮੰਨਦੇ ਰਹੇ ਗੁਰੂ ਸਾਹਿਬ, ਜਿਨ ਪੈ ਅਦਬ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਗੁਰੂ ਦਾ ਉਪਦੇਸ਼ ਹੈ ਜੀ ਸਾਡੇ ਵਾਸਤੇ। ਜਿਹਦੇ ਜੇਨ ਵਿੱਚ, ਜਿਹਦੇ ਹਿਰਦੇ ਵਿੱਚ ਬਾਣੀ ਦਾ ਸਤਿਕਾਰ ਨਹੀਂ ਨਾ, ਮੇਰਾ ਬਾਬਾ ਉਹਨੂੰ ਗਲ ਦੇ ਨਾਲ ਲਾਉਣ ਨੂੰ ਤਿਆਰ ਨਹੀਂ ਹੁੰਦਾ। ਮੇਰਾ ਗੁਰੂ ਕਹਿੰਦਾ ਤੈਨੂੰ ਗਲ ਨਾਲ ਨਹੀਂ ਲਾਵਾਂਗਾ, ਜਿਹਨੂੰ ਗੁਰਬਾਣੀ ਦਾ ਸਤਿਕਾਰ ਕਰਨਾ ਹੀ ਨਹੀਂ ਆਉਂਦਾ ਉਹਨੂੰ ਗਲ ਨਾਲ ਕੀ ਲਾਉਣਾ ਭਲਾ। ਨਾਰਦ ਪੰਚਮ ਨੇ ਨਾ ਜੀ ਸਾਰਿਆਂ ਵਿੱਚ ਬੈਠਾ ਸੀ, ਉਹਨੇ ਖਲੋ ਕੇ ਆਖਿਆ, ਕਹਿੰਦਾ ਜੇ ਸਿੱਖ ਏਦਾਂ ਪਿਆਰ ਕਰਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਨਾਲ, ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਇਹਨਾਂ ਦੀ ਜੜ੍ਹਾਂ ਨਹੀਂ ਪੁੱਟ ਸਕਦੀ। ਤੇ ਸੱਚੀ ਗੱਲ ਹੈ ਜੀ, ਅੱਜ ਵੀ ਸਿੱਖ ਬਹੁਤ ਆ ਜੀ, ਬਾਣੀ ਨਾਲ ਪਿਆਰ ਕਰਨ ਵਾਲੇ, ਬਾਣੀ ਨਾਲ ਮੁਹੱਬਤ ਕਰਨ ਵਾਲੇ, ਇਸ਼ਕ ਕਰਨ ਵਾਲੇ ਬਹੁਤ ਆ। ਤੇ ਸਾਧ ਸੰਗਤ ਦੁਨੀਆ ਦੀ ਕੋਈ ਤਾਕਤ ਸਿੱਖਾਂ ਦੀਆਂ ਜੜ੍ਹਾਂ ਤੱਕ ਨਹੀਂ ਪਹੁੰਚ ਸਕਦੀ, ਜਿੰਨਾ ਮਰਜ਼ੀ ਜ਼ੋਰ ਲਾਇਆ ਵੀ ਜੀ, ਜ਼ੋਰ ਲਾਉਣ ਵਾਲਿਆਂ ਨੇ ਬੜਾ ਲਾਇਆ। 7 ਮਹੀਨੇ ਆਨੰਦਪੁਰ ਦੇ ਕਿਲੇ ਨੂੰ ਘੇਰਾ ਹੈ, ਇੱਥੇ 40 ਚਮਕੌਰ ਦੀ ਗੜੀ ਦੇ ਵਿੱਚ ਹੈ, ਇੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਔਰੰਗਜ਼ੇਬ ਕਹਿੰਦਾ ਹੈ ਇਹਨਾਂ ਦੀਆਂ ਨਸਲ ਖਤਮ ਕਰ ਦਿਆਂਗੇ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗੁਰੂ ਨਹੀਂ ਬਣੇਗਾ। ਕਹਿੰਦਾ ਸੀ ਦਿੱਲੀ ਦੇ 4 ਦਰਵਾਜ਼ਿਆਂ ਦੇ ਉੱਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ 4 ਟੁਕੜੇ ਕਰਕੇ ਟੰਗਾਂਗਾ, ਤਾਂ ਕਿ ਆਉਣ ਵਾਲੀ ਉਮਤ ਸੋਚੇ, ਆਉਣ ਵਾਲੀ ਪੀੜ੍ਹੀ ਵੀ ਇਹ ਸੋਚੇ ਕਿ ਸਮੇਂ ਦੀ ਹਕੂਮਤ ਦੇ ਨਾਲ ਟੱਕਰ ਲੈਣੀ ਕੈਸੀ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਸਣਾਂ ਦੇ ਮਾਲਕ ਬਣ ਗਏ। ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਲੈ ਕੇ ਆਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਜਿਉਂਦੇ ਜੀ ਔਰੰਗਜ਼ੇਬ ਦੇ ਹੱਥ ਨਹੀਂ ਲੱਗੇ। ਕੋਸ਼ਿਸ਼ ਬੜੀ ਕੀਤੀ ਜੀ ਉਹਨੇ ਵਿਚਾਰੇ ਨੇ, ਉਹਨੇ ਆਪਣੇ ਸਾਰੇ ਹੀਲੇ ਵਰਤ ਕੇ ਵੇਖ ਲਿਆ, ਪਰ ਗੁਰੂ ਉਹਦੇ ਲਾਗੇ ਨਹੀਂ ਜੇ ਲੱਗਾ। ਸੋ ਸਾਧ ਸੰਗਤ, ਅਸੀਂ ਉਸ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਜਿਹੜਾ ਗੁਰੂ ਰਾਜਿਆਂ ਦਾ ਰਾਜਾ ਹੈ, ਮਹਾਰਾਜਿਆਂ ਦਾ ਮਹਾਰਾਜਾ ਹੈ। ਇੱਕ ਬੇਨਤੀ ਕਰਾਂ ਜੀ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਆ, ਸਾਡੇ ਕੋਲ ਗੁਰੂ ਤੇ ਹੈਗਾ, ਅਸੀਂ ਗੁਰੂ ਦੇ ਕੋਲੋਂ ਸਿੱਖ ਬਣਨੇ ਸਿੱਖਣਾ। ਇਦਾਂ ਹੀ ਹੈ ਨਾ ਜੀ ਭਲਾ, ਗੁਰੂ ਸਾਹਿਬ ਜੀ ਤੇ ਸਾਡੇ ਕੋਲ ਹੈਗੇ, ਅਸੀਂ ਹੁਣ ਆਪਣੇ ਗੁਰੂ ਦੇ ਸਿੱਖ ਬਣਨੇ ਸਿੱਖਣਾ। ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ। ਹਾਂ, ਕੱਲਾ ਮੱਥਾ ਨਹੀਂ ਟੇਕਣਾ, ਮੰਨਣੇ ਦੀ ਗੱਲ ਹੈ। ਜਿੱਥੇ ਸੀਸ ਝੁਕਾਉਣਾ ਨਾ ਉੱਥੇ ਮੰਨਣਾ ਹੈ ਹਰ ਗੱਲ ਨੂੰ, ਬੜੇ ਪਿਆਰ ਦੇ ਨਾਲ। ਤੇ ਤੁਸੀਂ ਮੰਨਣ ਵਾਲੇ ਬੈਠੇ ਹੋ ਜੀ, ਤਾਂ ਹੀ ਇੰਨੇ ਸਮੇਂ ਨਾਲ ਪਹੁੰਚ ਗਏ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਗੁਰਬਾਣੀ ਕਹੈ ਵਾਹ ਵਾਹ ਬਾਣੀ। ਰੱਬ ਹੈ ਸਾਡੇ ਵਾਸਤੇ ਬਾਣੀ, ਰੱਬ। ਸਾਨੂੰ ਤੇ ਰੱਬ ਲੱਭਣ ਦੀ ਲੋੜ ਨਹੀਂ ਨਾ। ਦੁਨੀਆ ਦੇ ਲੋਕ ਪਹਾੜਾਂ ਵਿੱਚ ਚਲੇ ਗਏ, ਸੰਸਾਰ ਦੇ ਲੋਕ ਗੁਫਾਵਾਂ ਦੇ ਵਿੱਚ ਚਲੇ ਗਏ, ਲੋਕੀ ਜੰਗਲਾਂ ਵਿੱਚ ਚਲੇ ਗਏ। ਤੇ ਮੇਰਾ ਗੁਰੂ ਨਾਨਕ ਕਹਿੰਦਾ ਸੀ ਤੇਰੀ ਝੋਲੀ ਵਿੱਚ ਰੱਬ ਪਾ ਕੇ ਜਾਵਾਂਗਾ, ਰੱਬ ਨੂੰ ਸੰਭਾਲ ਕੇ ਰੱਖੀ। ਤੇ ਜੇ ਅੱਜ ਸਿੱਖਾਂ ਦੇ ਘਰਾਂ ਵਿੱਚ ਪੋਥੀਆਂ ਨਹੀਂ ਲੱਭਦੀਆਂ, ਤਾਂ ਮੀਨਿੰਗ ਇਹ ਹੈ ਕਿ ਸਿੱਖ ਆਪਣੇ ਰੱਬ ਨੂੰ ਵੀ ਨਹੀਂ ਸੰਭਾਲ ਪਾਏ। ਤੁਹਾਡੇ ਸਾਹਮਣੇ ਗੁਰਬਾਣੀ ਦੀਆਂ ਪੰਕਤੀਆਂ, ਵਾਹ ਵਾਹ ਬਾਣੀ ਨਿਰੰਕਾਰ ਹੈ। ਅੱਗੇ ਕੀ ਹੈ ਜੀ ਭਲਾ, ਤਿਸ ਜੀਵੜ ਅਵਰ, ਇਹਦੇ ਵਰਗਾ ਹੋਰ ਦੁਨੀਆ ਤੇ ਕੋਈ ਨਹੀਂ ਜੀ ਹੈਗਾ।
कोई भी नहीं है दुनिया ते जिन्ना मर्जी कोई यतन कर ले। इस गुरु की गोद में बैठ के ना जी मैं तुहाडे नाल मंगल रूप दे विच एक श्लोक पढ़िया सी साध संगत तो 12 ते वधीक 1410 अंक ते विराजमान है जी। तुहाडे नाल मैं साझा कीता सी 12 तो वधीक जिहड़े 12 तो वधे हुए श्लोक सी ना गुरु साहब जी ने 1410 अंक तो लैके 1425-26 अंक तक दर्ज कर दिते। जिहड़े 12 तो वध गए सन श्लोक उन्हां श्लोकां चों मैं एक श्लोक तुहाडे नाल साझा कीता। पहला मैं थोड़ी जी तैयारी इस करके आप जी दे बेनती कर दी है कि असीं महाराजियां दे राजियां दे महाराजियां तो महाराजे की गोद में बैठे हाँ तो सानू ये समझ आनी चाहिए असीं इस गुरु के कोलों जिंदगी जिउणी सीखनी है जी। हुण आ जाओ इस पासे। उस श्लोक की पहली पंक्ति सी कि कल्लर केरी छपड़ी कौआ मलमल। हुण साडे कोल गुरु भी बड़ा वधिया है, गुरु साडा बड़ा महान है, साडे कोल गुरु बड़ा महान है ते असीं गुरु दे सिख बनना है। किवें बनना है जी? प्रतख गुरु निस्तारे गुरबाणी कहै सेवक जन माने। जिदन मन लिया ना जी गुरबाणी नूं उदन असीं गुरु दे सिख बन जाना। जिन्ना चिर मन्निया नहीं उन्ना चिर हालत की है जी भला? आ सुनियो ध्यान नाल। कल्लर केरी छपड़ी कौआ मल मल। जिन्ना चिर मन्निया नहीं उन्ना चिर असीं ਕਾਂ वेख्या ना जी सारिਆਂ ने। ਜਿਹੜੀ चीज़ वेखी होवे वो सुरत के सामने अखां के सामने नज़र आउण लग पैंदी, सुरत में छेती आ जाती है। ਕਾਂ हुण सारिਆਂ ने वेख्या जी। ਕਾਂ किदां दा हुंदा भला? बोलो प्यारिओ, काला। ते मन की है जी भला? जन्म जन्म की इस मन को मल लागी काला हुआ है ना जी। गल पकड़ विच आ रही ना। ਕਾਂ काला हुंदा है ते मन की है जी भला? ये भी काला है। मन है कि नहीं काला? कल्लर केरी छपड़ी कौआ मलमल नहाए मन तन मैला अवगणी चिंज भरी गंदी आए। ਕਾਂ ਨੂੰ जिन्नियां मर्जी स्वादले पदार्थ देई जाओ, स्वादले पदार्थ खाण तो बाद विच ना जिथे गंद पिया होएगा उन्हें उत्थे जाके भी चुंझ मारनी दी हालत है ना। सिख जदों गुरु घर बैठा हुंदा उदों बाणी दा आनंद मान रहा हुंदा ते जे किते इहनूं क्लबां विच जाण दा मौका मिल जाए ते उत्थे भी जाके लत्त हला ही लेंदा। इदां ही है ना साध संगत। हुण वेखो ਕਾਂ ते बाणी सुणदा नहीं ना। ਕਾਂ दरबार च आया नहीं। जे आया हुंदा ते असीं उहनूं अंदर वड़न नहीं देना सी। दरबार च असीं सारे ने भजा देना सी। तूं बैठ कर देनी दरबार विच आ गए। हुण बाणी ਕਾਂ वास्ते थोड़ी है, बाणी है मन वास्ते। साडे गुरबाणी विच शेर दी बांदर दी किन्नियां उदाहरणां दित्तियां गुरु साहब ने। वो उदाहरणों का कोई मकसद है, उन्होंने उदाहरणों का कोई मीनिंग है। गुरु साहब जी ਕਾਂ इस करके शब्द वरत रहे हैं कि ਕਾਂ ने बाणी कोई नहीं सुननी। ਕਾਂ ਨੂੰ ਵਿਚਾਰੇ ਨੂੰ ਕਾਹਦੀ ਸਮਝ ਹੈ ਜੀ ਭਲਾ? ਹੁਣ ਇਹ ਕਾਂ ਹੈ ਮਨ। ਇਹ ਮਨ ਵੀ ਕਾਂ ਦੇ ਵਾਂਗ ਕਾਲਾ ਹੈ। ਤੇ ਕਾਲਾ ਕਿਸ ਤਰ੍ਹਾਂ ਹੋਇਆ ਭਲਾ? ਅੱਖਾਂ ਦੇ ਰਾਹੀਂ ਕਾਲਾ ਹੋ ਗਿਆ। ਅੱਖਾਂ ਨੇ ਕਾਲਿਆ ਕਰਤਾ। ਵੈਸੇ ਨਾ ਜੀ ਪਰਾਇਆ ਤਨ ਤੱਕਦਾ ਤੇ ਇਹ ਜੇ ਆਪਣੀ ਭੈਣ ਦੀ ਉਮਰ ਦੀ ਨੂੰ ਵੇਖਦਾ ਤੇ ਇਹ ਕਹਿੰਦਾ ਕਿ ਇਹ ਮੇਰੀ ਵੀ ਭੈਣ ਹੈ ਤੇ ਫਿਰ ਮਨ ਕਾਲਾ ਹੋ ਸਕਦਾ ਸੀ ਭਲਾ? ਬੋਲੋ ਪਿਆਰੇ, ਕਦੇ ਨਹੀਂ ਸੀ ਹੋ ਸਕਦਾ। ਕਿਉਂ ਨਾ ਸੀ ਮੰਨੇ ਭਲਾ ਕਾਲਾ? जे पैर शामां नूं किसे पुठे पासे तुरन लगदे ते ये रोक लैंदा, कहंदा इस पासे नहीं जाना, हुण जाना गुरु घर। उत्थे जाके आरता सरवण करांगे, उत्थे जाके गुर इतिहास दी विचार सरवण करांगे। बोलो प्यारो, ये मन काला हो सकदा सी भला? नहीं सी होना। ये मन नहीं सी काला होना। ये हथ माड़ा काम करन वाले पासे जांदे, कोशिश करते, असीं नहीं जाण देना। असीं नहीं, ये हथ सानू गुरु ने दिते चंगे काम करने वास्ते, गुरु घर जाके सेवा करने वास्ते। एक हथ दिते सानू अपनी किरत कमाई करने वास्ते। मन काला हो सकदा सी भला? नहीं सी हो सकदा। ये मन काला किन्ने कीता जी भला? रब ने जां गुरु ने? बोलो प्यारे, ये मन असीं अपना आपे काला कीता है। हुण तुसीं कोयल वल वेख लो जी भला, वो किहड़ा ओहदा रंग किहड़ा हुंदा भला? हाँ, तो वो चंगी लगदी सारिआं नूं। ਕਾਂ नहीं चंगा लगदा। ਕਾਂ दे बनेरे ते बैठा ही माड़ा लगदा, तो कोयल दी आवाज़ ही बड़ी चंगी लगदी। हुण कारण पता की है? ओहदियां हरकतां ਕਾਂ वर्गियां नहीं हैगियां। कारण हाँ है, ਉਹ ਹੈਗਾ ਤੇ ਕਾਲਾ ਉਹ ਵੀ ਹੈ, ਕਾਲਾ ਉਹ ਵੀ ਹੈ, ਪਰ ਕਾਂ ਦੀਆਂ ਹਰਕਤਾਂ ਮਾੜੀਆਂ ਨੇ ਇਹ ਬੰਦੇ ਨੂੰ। ਤਾਈਓ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸੀ ਕਰਤੂਤ ਪਸ਼ੂ ਕੀ ਮਾਨਸ। ਵੇਖਿਆ ਹੋਏਗਾ ਤੇ ਤਾਂ ਹੀ ਆਖਿਆ ਹੋਏਗਾ ਨਾ। ਗੁਰੂ ਅਰਜਨ ਸਾਹਿਬ ਜੀ ਨੇ ਸ਼ਹੀਦਾਂ ਦੇ ਸਰਤਾਜ ਤੇ ਭੱਟ ਸਾਹਿਬਾਨ ਪਤਾ ਕੀ ਕਹਿੰਦੇ ਆ? ਗੁਰੂ ਅਰਜਨ ਪ੍ਰਤੱਖ ਹਰ ਰੱਬ ਕਹਿੰਦੇ ਆ ਭੱਟ ਸਾਹਿਬਾਨ। ਤੇ ਰੱਬ ਕੋਈ ਗਲਤ ਗੱਲ ਥੋੜੀ ਆਖ ਕੇ ਗਿਆ ਹੋਏਗਾ ਭਲਾ? ਰੱਬ ਨੇ ਵੇਖਿਆ ਹੋਣਾ ਕਈਆਂ ਦੇ ਵਿੱਚ ਮਾੜੀਆਂ ਗੱਲਾਂ ਤੇ ਤਾਈਓ ਆਖਿਆ ਪਿਆਰਿਓ।
ਤਾਈਓ ਆਖਿਆ ਕਲਰ ਕੇਰੀ ਛਪੜੀ ਕਊਆ ਮਲ ਮਲ ਨਾਏ। ਇੱਕ ਬੇਨਤੀ ਹੋਰ ਕਰਦੇ ਹਾਂ, ਸ਼ਬਦ ਆਇਆ ਕਲਰ। ਕਲਰ ਦਾ ਨਾ ਸਾਧ ਸੰਗਤ, ਕਲਰ ਦੀ ਮਿੱਟੀ ਦਾ ਘਰ ਵੀ ਨਹੀਂ ਬਣਾਇਆ ਜਾ ਸਕਦਾ, ਕਲਰ ਵਾਲੀ ਜ਼ਮੀਨ ਵਿੱਚ ਨਾ ਖੇਤੀ ਵੀ ਨਹੀਂ ਕੀਤੀ ਜਾ ਸਕਦੀ, ਫਸਲ ਵੀ ਨਹੀਂ ਉਗਦੀ। ਹਾਲਾਂਕਿ ਕੋਈ ਆਖੇ ਨਾ ਕਿ ਭਾਈ ਸਾਹਿਬ ਜੀ ਇਹ ਤੁਹਾਨੂੰ ਅਸੀਂ ਸਸਤੀ ਦੇ ਦਿੰਦੇ ਹਾਂ, 4 ਲੱਖ ਨੂੰ ਦੇ ਦਿੰਦੇ ਹਾਂ, ਤੇ ਆਖੇਗਾ ਭਰਾਵਾ ਤੂੰ ਇਹਦੇ ਭਾਵੇਂ ਮੇਰੇ ਤੋਂ 2 ਲੱਖ ਰੁਪਈਆ ਮੰਗ, ਮੈਂ ਇਹ ਤਾਂ ਵੀ ਨਹੀਂ ਲੈਣੀ। ਕਿਉਂ? ਕਿਉਂਕਿ ਨਾ ਇਹਦੇ ਵਿੱਚ ਘਰ ਬਣ ਸਕਦਾ ਤੇ ਨਾ ਇਹਦੇ ਵਿੱਚ ਕੋਈ ਫਸਲ ਬੀਜੀ ਜਾ ਸਕਦੀ। ਕਲਰ ਖੇਤੀ, ਕਲਰ ਵਾਲੀ ਖੇਤੀ ਵਿੱਚ, ਕਲਰ ਵਾਲੀ ਜਿਹੜੀ ਮਿੱਟੀ ਆ ਉਹਦੇ ਵਿੱਚ ਕੀ ਅਸੀਂ ਨਾ ਤੇ ਘਰ, ਉਹ ਵੀ ਥੋੜੇ ਦਿਨਾਂ ਬਾਅਦ ਕਿਰਨਾ ਸ਼ੁਰੂ ਹੋ ਜਾਣਾ, ਤੇ ਨਾ ਇਹਦੇ ਵਿੱਚ ਕੋਈ ਫਸਲ ਬੀਜੀ ਜਾ ਸਕਦੀ। ਇੱਥੇ ਕਲਰ ਦਾ ਅਰਥ ਪਤਾ ਕੀ ਹੈ ਜੀ? ਕਲਰ ਕੇਰੀ ਛੱਪੜੀ ਕਊਆ ਮਲਮਲ ਦਾ ਹੈ, ਵਿਕਾਰਾਂ ਦਾ ਕਲਰ। ਭਾਵ ਅਰਥ ਹੈ ਜੀ ਇਹਦੇ ਸਾਰੇ ਦੇ ਸਾਰੇ। ਕਲਰ ਕੇਰੀ ਛੱਪੜੀ, ਵਿਕਾਰਾਂ ਦੀ ਛੱਪੜੀ ਦੇ ਵਿੱਚ ਇਹ ਕਾਂ ਚੁੱਭੀਆਂ ਲਾਉਂਦਾ। ਇਹ ਮਨ ਰੂਪੀ ਕਾਂ ਵਿਕਾਰਾਂ ਦੀ ਛੱਪੜੀ ਦੇ ਵਿੱਚ ਬਹੁਤ ਚੁੱਭੀਆਂ ਲਾਉਂਦਾ, ਤੇ ਜਦੋਂ ਵਿਕਾਰਾਂ ਦੀ ਛੱਪੜੀ 'ਚ ਚੁੱਭੀਆਂ ਲਾਉਂਦਾ ਇਹਨੂੰ ਬੜਾ ਮਜ਼ਾ ਆਉਂਦਾ, ਤੇ ਜਦੋਂ ਗੁਰੂ ਸਰੋਵਰ ਦੇ ਕੋਲ ਜਾਂਦਾ ਉਦੋਂ ਇਹਦਾ ਮਨ ਗੁਰੂ ਸਰੋਵਰ ਦੇ ਕੋਲ ਜਾਣ ਨੂੰ ਨਹੀਂ ਕਰਦਾ। ਕਲਰ ਕੇਰੀ ਛੱਪੜੀ ਕਊਆ ਮਲ ਮਲ ਨਾਏ। ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਧੀ ਆਏ। ਤੇ ਮਾਲਕ ਦੀ ਹਾਲਤ ਕਿਉਂ ਬਣ ਗਈ ਇਸ ਜੀਵ ਦੀ? ਕਹਿੰਦੇ ਸਰਵਰ ਹੰਸ ਨਾ ਜਾਣਿਆ। ਕਹਿੰਦੇ ਇਸ ਹੰਸ ਨੇ ਨਾ ਗੁਰੂ ਸਰੋਵਰ ਦੀ ਸਾਰ ਨਹੀਂ ਜਾਣੀ। ਸਰਵਰ ਸਰੋਵਰ, ਗੁਰੂ ਸਰੋਵਰ ਸੀ, ਗੁਰੂ ਸਰੋਵਰ ਦੀ ਇਸ ਮਨ ਕਾਂ ਨੇ ਸਾਰ ਨਹੀਂ ਜਾਣੀ। ਇਸੇ ਕਰਕੇ ਇਹਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ, ਇਸੇ ਕਰਕੇ ਇਦਾਂ ਦਾ ਮਾੜਾ ਹੋ ਗਿਆ। ਇੱਕ ਬੇਨਤੀ ਕਰਾਂ ਜੀ, ਮਨ ਨੂੰ ਕਾਂ ਆਖਿਆ, ਮਨ ਦੇ ਆਖੇ ਗਿਆਨ ਇੰਦਰੀ ਲੱਗਦੇ ਆ। ਮਨ ਨੂੰ ਕਾਂ ਆਖ ਦਿੱਤਾ ਗੁਰੂ ਸਾਹਿਬ ਜੀ ਨੇ। ਮਨ ਸਾਰਿਆਂ ਕੋਲ ਹੈਗਾ ਕਿ ਨਹੀਂ ਹੈਗਾ ਜੀ? ਭਲਾ ਬੋਲੋ ਪਿਆਰੇ, ਕਿ ਨਹੀਂ ਹੈਗਾ? ਸਾਰਿਆਂ ਕੋਲ ਹੈਗਾ। ਮਨ ਜਿਹੜਾ ਨਾ ਸਾਰਿਆਂ ਕੋਲ ਹੈਗਾ, ਤੇ ਇਹ ਮਨ ਕਾਂ ਹੈ, ਤੇ ਇਹ ਮਨ ਕਾਂ ਦੇ ਆਖੇ ਲੱਗ ਕੇ ਗਿਆਨ ਇੰਦਰੇ ਸਾਰੇ ਦੇ ਸਾਰੇ ਪੁੱਠੇ ਕੰਮ ਕਰਦੇ ਆ, ਸਾਰੇ ਦੇ ਸਾਰੇ ਮਾੜੇ ਕਰਮ ਕਰਦੇ ਆ। ਜੇ ਇਹ ਮਨ ਜਾਗ ਪਵੇ ਨਾ ਜੀ, ਗੁਰੂ ਅਰਜਨ ਸਾਹਿਬ ਪਿਤਾ ਜੀ ਨੇ ਤਾਈਓ ਬਾਣੀ ਵਿੱਚ ਆਖਿਆ, ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅੱਖਾਂ ਸੁੱਤੀਆਂ ਹੋਈਆਂ, ਪਰਾਇਆ ਰੂਪ ਤੱਕਣ ਵਿੱਚ ਨਾ ਜੀ ਅੱਖਾਂ ਸੁੱਤੀਆਂ ਹੋਈਆਂ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਵੀ ਸੁੱਤੇ ਹੋਏ ਨਿੰਦਿਆ ਚੁਗਲੀ ਸੁਣਨ ਵਾਸਤੇ। ਵੈਸੇ ਕੰਨ ਦਿੱਤੇ ਕਾਹਦੇ ਲਈ ਸੀ ਭਲਾ? ਰੱਬ ਨੇ ਲਾਏ ਕਾਹਦੇ ਲਈ ਭਲਾ? ਤੁਸੀਂ ਰੋਜ਼ ਗੁਰੂ ਅਮਰਦਾਸ ਪਿਤਾ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ, ਆਨੰਦ ਸਾਹਿਬ ਜੀ ਦੀ ਬਾਣੀ ਰੋਜ਼ ਹੀ ਪੜ੍ਹਦੇ, ਸਾਡੇ ਮਾਵਾਂ ਪੜ੍ਹਦੀਆਂ, ਮੇਰੇ ਵੀਰ ਵੀ ਪੜ੍ਹਦੇ। ਪਤਾ ਕੀ ਲਿਖਿਆ ਜੀ ਉੱਥੇ? ਇਹ ਸਰਵਣੋ ਮੇਰੇ ਹੋ। ਕਾਹਦੇ ਲਈ ਲਾਏ ਭਲਾ ਜੀ? ਕਰਿਓ ਕਿਰਪਾ ਨਾਲ। ਇਹ ਸਰਵਣੋ ਮੇਰੇ ਹੋ ਸਾਚੈ ਸੁਣਨ ਨੂੰ। ਨਿੰਦਿਆ ਚੁਗਲੀ ਗੰਦੇ ਗੀਤ ਸੁਣਨ ਵਾਸਤੇ ਕੰਨ ਰੱਬ ਨੇ ਸਾਡੇ ਸਰੀਰ ਦੇ ਨਾਲ ਨਹੀਂ ਸੀ ਲਾਏ। ਕਾਹਦੇ ਵਾਸਤੇ ਲਾਏ ਸੀ ਭਲਾ? ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ। ਬਾਣੀ ਨੂੰ ਸੁਣਨ ਦੇ ਨਾਲ ਮਨ ਵੀ ਹਰਿਆ ਹੋ ਜਾਂਦਾ ਤੇ ਤਨ ਵੀ ਹਰਿਆ ਹੋ ਜਾਂਦਾ। ਹੁਣ ਹਰੇ ਰੰਗ ਦਾ ਨਹੀਂ ਹੋ ਜਾਂਦਾ ਜੀ, ਇਹਦੇ ਅੰਦਰ ਨਾ ਜੀ ਖੜਾ ਪੈਦਾ ਹੋ ਜਾਂਦਾ। ਮਨ ਵੀ ਖੜਿਆ ਤੇ ਤਨ ਵੀ ਖੜਿਆ। ਇੱਕ ਬੇਨਤੀ ਕਰਾਂ, ਮਨ ਸੁਖੀ ਹੋਵੇ ਤੇ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ। ਮਨ ਨਾ ਠੀਕ ਹੋਵੇ, ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ। ਨਵਾਂ ਪੁੱਤ ਦਾ ਵਿਆਹ ਹੋ ਗਿਆ ਤੇ ਨੂੰਹ ਆ ਗਈ ਲੜਾਕਣ, ਘਰ ਆ ਕੇ ਪਾਤੀ ਲੜਾਈ ਤੇ ਗਵਾਂਢਣ ਆ ਗਈ। ਕਹਿੰਦੀ ਕੀ ਗੱਲ, ਅੱਜ ਚਿਹਰਾ ਤੇਰਾ ਬੜਾ ਉਤਰਿਆ। ਕਹਿੰਦੀ ਮਨ ਬੜਾ ਦੁਖੀ ਆ। ਮਨ ਦੁਖੀ ਤੇ ਚਿਹਰੇ ਤੋਂ ਪਤਾ ਲੱਗ ਗਿਆ ਨਾ। ਤੇ ਜਿੱਦਣ ਬਾਣੀ ਨੂੰ ਪੜ੍ਹਦੇ ਆ ਮਨ ਹਰਿਆ ਹੋ ਗਿਆ, ਮਨ ਖੜਾ ਵਿੱਚ ਆ ਗਿਆ, ਤੇ ਚਿਹਰੇ ਤੋਂ ਪਤਾ ਲੱਗ ਜਾਣਾ ਕਿ ਇਹ ਬੰਦਾ ਬੜਾ ਖਿੜਿਆ ਹੈ, ਇਹ ਸੁਖੀ ਹੈ। ਮਨ ਤੋਂ ਪਤਾ ਲੱਗ ਜਾਂਦਾ। ਬੰਦਾ ਦੁਖੀ ਹੋਵੇ ਨਾ ਤੇ ਚਿਹਰੇ ਤੋਂ ਪੜ੍ਹਿਆ ਜਾ ਸਕਦਾ ਕਿ ਇਹ ਬੰਦਾ ਦੁਖੀ ਹੈ। ਨੌ ਆ ਗਈ ਲੜਾਕਣ, ਗਵਾਂਢਣ ਨੇ ਆ ਕੇ ਪੁੱਛ ਲਿਆ, ਕਹਿੰਦੀ ਕੀ ਗੱਲ, ਚਿਹਰਾ ਬੜਾ ਦੁਖੀ ਹੈ ਤੇਰਾ, ਦੁਖੀ ਲੱਗ ਰਹੀ ਵੇਖਣ ਵਿੱਚ। ਕਹਿੰਦੀ ਕੁਝ ਨਾ ਪੁੱਛ, ਮਨ ਬੜਾ ਦੁਖੀ। ਕਹਿੰਦੀ ਕਿਉਂ? ਕਹਿੰਦੀ ਜਿਹੋ ਜਿਹੀ ਭਾਲਦੀ ਸੀ ਉਹੋ ਜਿਹੀ ਨਹੀਂ ਮਿਲੀ। ਮੈਨੂੰ ਤੋਂ ਪਤਾ ਲੱਗ ਗਿਆ ਨਾ ਜੀ। ਤੇ ਗੁਰੂ ਸਾਹਿਬ ਜੀ ਦੀ ਗੱਲ ਸੁਣੋ। ਮਾਲਕ ਜੀ ਕਹਿੰਦੇ ਸਰਵਣੋ ਮੇਰੇ ਹੋ ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ। ਰਸਨਾ ਰਸ, ਜਿੱਦਾਂ ਦਾ ਸੁਣਾਂਗੇ ਤੇ ਉਦਾਂ ਦਾ ਹੀ ਰਸਨਾ ਰਸ ਸਮਾਣੀ। ਚੰਗਾ ਸੁਣਾਂਗੇ ਤੇ ਚੰਗਾ ਬੋਲਾਂਗੇ। ਚੰਗਾ ਸੁਣਨ ਨੂੰ ਨਹੀਂ ਮਿਲਦਾ ਤੇ ਫਿਰ ਬੰਦਾ ਚੰਗਾ
ਬੋਲਦਾ ਵੀ ਨਹੀਂ। ਇੱਥੇ ਮਰਨ ਤੋਂ ਬਾਅਦ ਵਿੱਚ ਪਤਾ ਕੀ ਹੁੰਦਾ ਜੀ, ਦਾਦਾ ਜੀ ਚੜ੍ਹਾਈ ਕਰ ਗਿਆ, ਪੋਤਰੇ ਬਿਸਤਰਾ ਵੀ ਚੁੱਕੀ ਫਿਰਦੇ, ਮੰਜਾ ਵੀ ਚੁੱਕੀ ਫਿਰਦੇ, ਥਾਲੀ ਵੀ ਚੁੱਕੀ ਫਿਰਦੇ, ਗਲਾਸ ਵੀ ਚੁੱਕੀ ਫਿਰਦੇ, ਸਾਰਾ ਕੁਝ ਚੁੱਕੀ ਫਿਰਦੇ ਨਾ ਜੀ। ਹੁਣ ਪੁੱਤ ਜਿਹੜਾ ਸੀ ਨਾ, ਉਹ ਆਪਣੇ ਪਿਤਾ ਜੀ ਦੇ ਅੰਤਿਮ ਸੰਸਕਾਰ ਤੇ ਸਾਰਾ ਕੁਝ ਚੁੱਕੀ ਫਿਰਦਾ ਸੀ। ਕਹਿੰਦਾ ਗੁਰਦੁਆਰੇ ਦੇ ਕੇ ਆਉਣਾ। ਕਹਿੰਦਾ ਪਤਾ ਕਿਉਂ? ਕਹਿੰਦਾ ਇਹ ਆਪਣੇ ਪਿਤਾ ਜੀ ਤੱਕ ਪਹੁੰਚਾਉਣਾ। ਤੇ ਲਾਗੋਂ ਹੁਣ ਜਿਹੜਾ ਜਿਹਦਾ ਦਾਦਾ ਚੜ੍ਹਾਈ ਕਰ ਗਿਆ ਸੀ, ਪੋਤਰਾ ਲਾਗੇ ਖਲੋਤਾ, ਉਹ ਮਨ 'ਚ ਸੋਚਦਾ, ਕਹਿੰਦਾ ਜਦੋਂ ਮੇਰਾ ਦਾਦਾ ਜਿਉਂਦਾ ਸੀ ਉਦੋਂ ਜੁੱਲਾ ਸਵਾਦ ਦਾ ਦਿੱਤਾ ਨਹੀਂ, ਤੇ ਹੁਣ ਮਗਰ ਮਗਰ ਚੁੱਕੀ ਫਿਰਦੇ ਆ। ਮੈਂ ਤੁਹਾਨੂੰ ਗੱਲ ਉੱਥੇ ਲੈ ਕੇ ਜਾਣੀ ਹੈ ਜੀ। ਗੱਲ ਜਿੱਦਾਂ ਦਾ ਸੁਣਾਂਗੇ ਉਦਾਂ ਦਾ ਬੋਲਾਂਗੇ, ਜਿੱਦਾਂ ਦਾ ਵੇਖਾਂਗੇ ਉਦਾਂ ਦੇ ਕਰਾਂਗੇ। ਤੁਸੀਂ ਆਪਣੇ ਘਰਾਂ ਦੇ ਵਿੱਚ ਬਾਣੀ ਪੜ੍ਹੋਗੇ ਤਾਂ ਤੁਹਾਡੇ ਨਿੱਕਿਆਂ ਨਿੱਕਿਆਂ ਬੱਚਿਆਂ ਨੇ ਵੀ ਉਦਾਂ ਹੀ ਬਾਣੀ ਪੜ੍ਹਨ ਲੱਗ ਪੈਣਾ, ਉਦਾਂ ਹੀ ਗੁਟਕਾ ਫੜਨ ਲੱਗ ਪੈਣਾ ਹੱਥ ਦੇ ਵਿੱਚ। ਭਾਵੇਂ ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ ਵਿਚਾਰਿਆਂ ਨੂੰ, ਪਰ ਉਦਾਂ ਫਿਰ ਉਹਨਾਂ ਨੇ ਗੁਟਕਾ ਫੜਿਆ। ਰੀਸ ਕੀਤੀ ਨਾ ਤੁਹਾਡੀ ਉਹਨਾਂ ਨੇ। ਤੇ ਜੇ ਰਾਤ ਨੂੰ ਪਿਤਾ ਗਲਾਸੀ ਤੇ ਬੋਤਲ ਲੈ ਕੇ ਬੈਠਾ ਹੋਏ ਭਲਾ, ਫਿਰ ਪੁੱਤ ਕੀ ਕਰੇਗਾ ਭਲਾ? ਬੋਲੋ ਪਿਆਰਿਓ, ਉਹ ਵੀ ਉਹ ਕੁਝ ਹੀ ਕਰੇਗਾ। ਇਦਾਂ ਹੀ ਹੈ ਜੀ, ਸਾਰਿਆਂ ਦਾ ਸਿਲਸਿਲਾ ਇਦਾਂ ਹੀ ਤਜਰਬਾ ਕਰਕੇ ਵੇਖਿਆ ਜੀ ਅਸੀਂ ਸਾਰਾ। ਜਿਨ੍ਹਾਂ ਦੇ ਘਰਾਂ ਦੇ ਵਿੱਚ ਬਾਣੀ ਦਾ ਪ੍ਰਕਾਸ਼ ਹੁੰਦਾ ਹੈ ਨਾ, ਉਹਨਾਂ ਦੇ ਨਿੱਕੇ ਜਿਹੇ ਬੱਚੇ, ਜੇ ਉਹਨਾਂ ਦਾ ਥੱਲਿਓਂ ਹੱਥ ਨਹੀਂ ਪਹੁੰਚਦਾ, ਅਗਲੇ ਉੱਤੇ ਚੜ ਜਾਂਦੇ ਆ ਜੀ। ਤਾਬਿਆ ਖਲੋ ਕੇ ਚੌਰ ਸਾਹਿਬ ਕਰਦੇ ਆ, ਤੇ ਇਹ ਹੌਲੀ ਹੌਲੀ ਚੌਰ ਸਾਹਿਬ ਕਰਦੇ ਕਰਦੇ ਫਿਰ ਹਜ਼ੂਰੀ 'ਚ ਬਹਿ ਜਾਂਦੇ ਆ। ਹਜ਼ੂਰੀ 'ਚ ਬਹਿੰਦਿਆਂ ਬਹਿੰਦਿਆਂ ਬਾਣੀ ਪੜ੍ਹਨ ਲੱਗ ਪੈਂਦੇ ਆ। ਬਾਣੀ ਪੜ੍ਹਦਿਆਂ ਪੜ੍ਹਦਿਆਂ ਫਿਰ ਚੰਗੇ ਮਨੁੱਖ ਬਣ ਜਾਂਦੇ। ਤੇ ਜਦੋਂ ਚੰਗੇ ਬਣ ਜਾਂਦੇ ਆ ਤੇ ਪਿਤਾ ਮਾਤਾ ਪਿਤਾ ਦੀ ਫਿਰ ਟੌਰ ਬਣ ਜਾਂਦੀ ਹੈ। ਕਹਿੰਦੇ ਸਾਡਾ ਪੁੱਤ ਐਵੇਂ ਨਹੀਂ ਕਰਦੇ ਜੀ ਅਸੀਂ। ਮੈਨੂੰ ਮਾਫ ਕਰਿਓ, ਕਈਆਂ ਨੂੰ ਬੜੀਆਂ ਗੱਲਾਂ ਚੁੱਭਦੀਆਂ, ਬਾਣੀ ਵਾਲੇ ਪਾਸੇ ਨਹੀਂ ਆਉਂਦੇ। ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਸਮਾਜ ਸੁਧਾਰਕ ਗੱਲਾਂ ਕੀਤੀਆਂ, ਸਮਾਜ ਨੂੰ ਸੁਧਾਰਿਆ। ਕਈਆਂ ਨੂੰ ਅਸੀਂ ਬੜੇ ਭੈੜੇ ਲੱਗਦੇ, ਉਹ ਕਹਿੰਦੇ ਬਾਣੀ ਦੀ ਦਲੀਲ ਦੇਣੇ ਆ ਜੀ। ਜਿੱਥੇ ਗੱਲ ਲੱਗਦੀ ਹੈ ਉੱਥੇ ਬਾਣੀ ਦੀ ਗੱਲ ਕਰਦੇ, ਪਰ ਬਾਣੀ ਦੀ ਗੱਲ ਬਹੁਤਿਆਂ ਨੂੰ ਕਈਆਂ ਨੂੰ ਚੰਗੀ ਨਹੀਂ ਲੱਗਦੀ। ਹੁਣ ਕਿਉਂਕਿ ਜਿਹੜਾ ਬੰਦਾ, ਮੈਨੂੰ ਮਾਫ ਕਰਿਓ, ਮੈਂ ਵਹਿਮ ਛੱਡਣਾ ਨਹੀਂ ਨਾ ਚਾਹੁੰਦਾ, ਤੁਸੀਂ ਆਖੋ ਛੱਡ ਦੋ ਵਹਿਮ, ਮੇਰੇ ਵਾਸਤੇ ਉਹ ਬੰਦਾ ਖਤਰਨਾਕ ਹੈ। ਮੈਂ ਅੱਜ ਹੀ ਸਵੇਰੇ ਬੇਨਤੀ ਕੀਤੀ ਸੀ। ਅਸਲ 'ਚ ਨਾ ਬੰਦਾ ਘਰੋਂ ਤੁਰ ਪਿਆ ਤੇ ਜਿਹਦੇ ਪੈਸੇ ਦੇਣੇ ਸੀ ਉਹ ਦਰਵਾਜ਼ੇ 'ਚ ਖਲੋਤਾ ਸੀ, ਤੇ ਪਤਾ ਕੀ ਕਹਿੰਦਾ ਅੱਜ ਕਲਹਿਣਾ ਮੱਥੇ ਲੱਗ ਗਿਆ, ਅੱਜ ਮੇਰਾ ਕੰਮ ਹੈਗਾ ਨਹੀਂ ਸੀ ਕਲਹਿਣਾ। ਤੇ ਲੱਗਦਾ ਪਤਾ ਕਿਉਂ? ਕਿਉਂਕਿ ਇਹਦੇ ਪੈਸੇ ਦੇਣੇ ਸੀ, ਅਗਲਾ ਮੰਗਣ ਆਇਆ ਵਾ। ਬੰਦਾ ਤੇ ਬੜਾ ਚੰਗਾ ਸੀ, ਉਹ ਬੰਦਾ ਬਹੁਤ ਹੀਰਾ ਸੀ ਉਹ, ਪਰ ਅੱਜ ਉਹਦੇ ਪੈਸੇ ਦੇਣੇ ਆ ਨਾ, ਅੱਜ ਤਾਂ ਮਾੜਾ ਲੱਗ ਰਿਹਾ। ਜਿੱਦਣ ਮੰਗੇ ਸੀ ਉਦੋਂ ਨਹੀਂ ਸੀ ਮਾੜਾ ਲੱਗਦਾ, ਅੱਜ ਜਿੱਦਣ ਮੰਗਣ ਆ ਗਿਆ ਉਦੋਂ ਕਲਹਿਣਾ ਲੱਗਦਾ। ਇਹਦਾ ਕਾਲਾ ਮੂੰਹ ਅੱਜ ਵੇਖ ਲਿਆ ਜੀ, ਕੰਮ ਨਹੀਂ ਬਣਨਾ। ਕਈਆਂ ਦੇ ਵਿਚਾਰ ਆ ਜਾਂਦੇ ਨਾ, ਮਨ ਵਿੱਚ ਖਿਆਲ ਆ ਜਾਂਦੇ। ਬੰਦਾ ਉਹ ਚੰਗਾ ਸੀ, ਪਰ ਉਹ ਬੰਦੇ ਦੇ ਪੈਸੇ ਦੇਣੇ ਸੀ। ਗੱਲ ਤੇ ਸੱਚੀ ਕਰਦਾ ਸੀ, ਪਰ ਮੇਰੇ ਅੰਦਰ ਮੈਂ ਆਪਣਾ ਝੂਠ, ਆਪਣਾ ਕੂੜ ਛੱਡਣਾ ਨਹੀਂ ਸੀ ਚਾਹੁੰਦਾ। ਇਸ ਕਰਕੇ ਮੈਨੂੰ ਬੰਦਾ ਚੰਗਾ। ਜਿੰਨਾ ਅੰਦਰ ਵਰਤੈ ਕੂੜ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਕੁੜਿਆਰੀ ਰੱਜੇ ਕੂੜ ਜੋ ਵਿਸ਼ਟਾ ਕਾਗ ਖਾਵਈ। ਕਾਂ ਗੰਦ ਖਾ ਕੇ ਨਹੀਂ ਰੱਜਦਾ, ਉੱਥੇ ਹੀ ਆ ਜਾਂਦੇ ਆ ਫਿਰ ਜੀ। ਕਾਂ ਗੰਦ ਖਾ ਕੇ ਨਹੀਂ ਰੱਜਦਾ, ਤੇ ਸੱਚੇ ਬੰਦੇ ਸੱਚ ਖਾ ਕੇ ਨਹੀਂ ਰੱਜਦੇ। ਜਿਹੜੇ ਸੱਚ ਸੁਣਨ ਵਾਲੇ ਆ ਨਾ, ਉਹ ਕਹਿੰਦੇ ਸਾਨੂੰ ਸੱਚ ਸੁਣਨਾ ਚਾਹੀਦਾ, ਉਹਨਾਂ ਨੂੰ ਕੂੜ ਨਹੀਂ ਚੰਗਾ ਲੱਗਦਾ। ਕੂੜੇ ਬੰਦੇ ਕਹਿੰਦੇ ਸਾਨੂੰ ਸੱਚ ਨਹੀਂ ਹਜਮ ਹੁੰਦਾ, ਅਸੀਂ ਸੱਚ ਨਹੀਂ ਸੁਣਨਾ ਚਾਹੁੰਦੇ। ਖੈਰ, ਗੁਰੂ ਬਖਸ਼ਿਸ਼ ਕਰੇ। ਮੇਰੇ ਮਾਲਕ ਜੀ ਪਤਾ ਕੀ ਕਿਰਪਾ ਕਰਦੇ ਆ ਸਾਡੇ ਉੱਤੇ। ਜਿਹੜੀ ਮੈਂ ਗੱਲ ਕਰ ਰਿਹਾ ਸੀ, ਜਿੱਦਾਂ ਦਾ ਅਸੀਂ ਵੇਖਦੇ ਹਾਂ ਉਦਾਂ ਦਾ ਕਰਦੇ ਹਾਂ, ਜਿੱਦਾਂ ਦਾ ਸੁਣਦੇ ਹਾਂ ਉਦਾਂ ਦਾ ਕਰਦੇ ਹਾਂ। ਹੁਣ ਪਤਾ ਜੀ ਕੀ ਹੋਇਆ, ਪਿਤਾ ਜੀ ਦੇ ਮਰਨ ਤੋਂ ਬਾਅਦ ਵਿੱਚ ਖੇਖਣ ਕੀਤੇ ਜਾ ਰਹੇ ਆ, ਮਾਤਾ ਦੇ ਮਰਨ ਤੋਂ ਬਾਅਦ ਖੇਖਣ ਕੀਤੇ ਜਾ ਰਹੇ ਆ। ਤੇ ਪੋਤਰਾ ਵੇਖਦਾ ਆਪਣੀਆਂ ਅੱਖਾਂ ਨਾਲ, ਕਹਿੰਦਾ ਜਿਹੜਾ ਅੱਜ ਮੇਰਾ ਪਿਤਾ ਇੰਨਾ ਕੁਝ ਕਰ ਰਿਹਾ ਨਾ, ਜੇ ਕਿਤੇ ਜਿਉਂਦੇ ਜੀ ਇੰਨਾ ਕੁਝ ਕੀਤਾ ਹੁੰਦਾ ਤੇ ਮੇਰੇ ਦਾਦੇ ਨੇ 2 ਸਾਲ ਹੋਰ ਕੱਢ ਜਾਣੇ ਸੀ। ਅੱਜ ਇਹ ਰਜਾਈਆਂ ਚੁੱਕੀ ਫਿਰਦਾ ਨਾ, ਅੱਜ ਇਹਨੇ ਪਖੰਡ ਕਰ ਰਿਹਾ। ਤੇ ਜੇ ਕਿਤੇ ਇਹਨੇ ਮੇਰੇ ਜਿਉਂਦੇ, ਅੱਜ ਇਹ ਨਵੀਆਂ ਥਾਲੀਆਂ ਲੈ ਕੇ ਤੁਰਿਆ ਫਿਰਦਾ, ਗੁਰਦੁਆਰੇ ਚੜਾ ਦਿਓ ਜੀ, ਇਹਨੂੰ ਫਲਾਣੀ ਥਾਂ ਤੇ ਦੇ ਦਿਓ ਜੀ, ਇਹ ਮੇਰੇ ਪਿਤਾ ਤੱਕ ਪਹੁੰਚਣੀ ਚਾਹੀਦੀ ਹੈ। ਤੇ ਪੋਤਰਾ ਪਤਾ ਕੀ ਸੋਚਦਾ, ਕਹਿੰਦਾ ਡੈਡੀ ਜੀ ਜੇ ਤੁਸੀਂ ਕਿਤੇ ਇਸ ਥਾਲੀ ਦੇ ਵਿੱਚ ਦਾਦੇ ਨੂੰ ਪ੍ਰਸ਼ਾਦਾ ਛਕਾਇਆ ਹੁੰਦਾ, ਸ਼ਾਇਦ ਉਹ 5-7 ਦਿਨ ਹੋਰ ਕੱਢ ਜਾਂਦਾ। ਉਹਨੇ ਆਖਣਾ ਸੀ ਹੌਸਲਾ ਤੇ ਮਿਲਣਾ ਸੀ ਨਾ, ਮੇਰੇ ਘਰ ਵਾਲਿਆਂ ਨੇ ਮੈਨੂੰ ਚੰਗੀ ਥਾਲੀ 'ਚ ਪ੍ਰਸ਼ਾਦਾ ਛਕਾਇਆ। ਕਹਿੰਦਾ ਉਦੋਂ ਤਾਂ ਟੁੱਟੀ ਦੇ ਛੱਡੀ, ਤੇ ਹੁਣ ਨਵੀਆਂ ਚੁੱਕੀ ਫਿਰਦੇ। ਜਿਉਂਦੇ ਜੀ ਮਾਪਿਆਂ ਦੀ ਸੇਵਾ ਨਹੀਂ ਕਰਨੀ ਚਾਹੁੰਦਾ ਬੰਦਾ, ਤੇ ਬਾਅਦ ਵਿੱਚ ਕੀ ਕੁਝ ਹੁੰਦਾ ਜੀ ਭਲਾ? ਬੜਾ ਕੁਝ ਕੀਤਾ ਜਾ ਰਿਹਾ ਸਮਾਜ ਦੇ ਅੰਦਰ। ਨੂੰ ਮਾਫ ਕਰਿਓ, ਸਾਨੂੰ ਸਾਰਾ ਕੁਝ ਬੜੀ ਬਰੀਕੀ ਨਾਲ ਵੇਖਣਾ ਪੈਣਾ ਜੀ। ਅਸੀਂ ਬਾਬੇ ਨਾਨਕ ਦੇ ਸਿੱਖ। ਖੈਰ, ਗੁਰੂ ਬਖਸ਼ਿਸ਼ ਕਰੇ ਇਸ ਪਾਸੇ ਆ। ਕਹਿੰਦੇ ਰਸਨਾ ਰਸ ਸਮਾਣੀ, ਕੰਨਾਂ ਨਾਲ ਸੁਣਿਆ ਤੇ ਰਸਨਾ ਨੇ ਬੜਾ ਸਵਾਦੀ ਬੋਲਣਾ ਸ਼ੁਰੂ ਕਰਤਾ।
ਅੱਜ ਨਾ ਜੀ, ਅੱਜ ਜਦੋਂ ਕੰਨਾਂ ਦੇ ਨਾਲ ਵਧੀਆ ਸੁਣਿਆ ਜਾ ਰਿਹਾ ਤੇ ਪੁੱਤ ਵਧੀਆ ਘਰ ਵਿੱਚ ਆ ਕੇ ਬੋਲ ਰਿਹਾ, ਤੇ ਇੱਕ ਦਿਨ ਪਤਾ ਕੀ ਹੋਇਆ ਜੀ, ਸਾਡਾ ਬੱਚਾ ਚਲੇ ਗਿਆ ਨਲਾਇਕਾਂ ਦੇ ਵਿੱਚ ਤੇ ਉੱਥੇ ਜਾ ਕੇ ਕੂੜ ਸੁਣਿਆ, ਤੇ ਅੱਜ ਮੰਮੀ ਨੂੰ ਪਤਾ ਕੀ ਕਹਿੰਦਾ ਆ ਕੇ ਆਪਣੀ ਮਾਤਾ ਜੀ ਨੂੰ, ਅੱਜ ਪੁੱਠੇ ਸ਼ਬਦ ਬੋਲਦਾ ਆ ਕੇ, ਤੇ ਮਾਂ ਪਤਾ ਕੀ ਕਹਿੰਦੀ ਹੈ, ਕਹਿੰਦੀ ਤੂੰ ਭੈੜੀ ਸੰਗਤ ਵਿੱਚ ਬਹਿਣ ਲੱਗ ਪਿਆ, ਜਿੱਦਾਂ ਦਾ ਸੁਣਦਾ ਉਦਾਂ ਦਾ ਹੀ ਬੋਲਦਾ। ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਰਸਨਾ ਸੋਈ, ਲੋਭ ਮਿੱਠਾ ਸਾਧ। ਸਾਡੀ ਰਸਨਾ ਵੀ ਸੁੱਤੀ ਹੋਈ ਆ ਜੀ, ਇਹ ਸੰਸਾਰ ਦੇ ਮਾਇਕ ਪਦਾਰਥਾਂ ਨੂੰ ਚੱਖ ਸੁੱਤੀ ਹੋਈ ਆ। ਇੱਕ ਬੇਨਤੀ ਕਰਾਂ ਜੀ, ਇਸ ਰਸਨਾ ਨੂੰ ਜਿੰਨੇ ਮਰਜ਼ੀ ਸਵਾਦਲੇ ਪਦਾਰਥ ਛਕਾ ਲਓ, ਇੰਨੇ ਰੱਜਣਾ ਮੈਂ ਨਹੀਂ ਕਹਿੰਦਾ ਜੀ। ਗੁਰੂ ਅਮਰਦਾਸ ਪਿਤਾ ਜੀ ਦੀ ਪਾਵਨ ਬਾਣੀ ਕਹਿੰਦੀ ਹੈ, ਬਨ ਮਾਲਕ ਦੀ ਪਤਾ ਕਹਿੰਦੀ, ਏ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨ ਜਾਏ, ਪਿਆਸ ਨ ਜਾਏ ਹੋਰਤ ਕਿਤੈ, ਜਿਚਰ ਹਰ ਰਸ। ਜਿੰਨੇ ਮਰਜ਼ੀ ਪਦਾਰਥ ਖਵਾ ਲਓ, ਜੋ ਕੁਝ ਮਰਜ਼ੀ ਕਰ ਲਓ, ਇਹ ਰਸਨਾ ਨਹੀਂ ਰੱਜਣ ਵਾਲੀ, ਇਹ ਰਸਨਾ ਨਹੀਂ ਕਦੇ ਤ੍ਰਿਪਤ ਹੋਏਗੀ ਜਿੰਨਾ ਚਿਰ ਨੂੰ ਹਰੀ ਦਾ ਰਸ ਨਹੀਂ ਪ੍ਰਾਪਤ ਹੋਏਗਾ। ਹਰੀ ਦਾ ਰਸ ਮਿਲਣਾ ਹੈ ਜਿਹਨੂੰ ਜ਼ਰੂਰੀ ਹੈ। ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਾਧ। ਸਤਿਗੁਰੂ ਜੀ ਤੁਸੀਂ ਇੱਕ ਗੱਲ ਦੱਸੋ ਸਾਨੂੰ, ਮਾਲਕ ਦੀ ਅੱਖਾਂ ਵੀ ਸੁੱਤੀਆਂ, ਕੰਨ ਵੀ ਸੁੱਤੇ, ਰਸਨਾ ਵੀ ਸੁੱਤੀ, ਇਹ ਸੁੱਤੇ ਕਿਉਂ ਨੇ ਭਲਾ? ਤੇ ਸਤਿਗੁਰੂ ਜੀ ਪਤਾ ਕੀ ਕਹਿੰਦੇ, ਮਨ ਸੋਇਆ ਮਾਇਆ ਬਿਸਮਾਦ। ਕਹਿੰਦੇ ਸੁੱਤੇ ਤਾਂ ਇਹਨਾਂ ਦਾ ਡਰਾਈਵਰ ਸੌਂ ਗਿਆ, ਮਨ ਗੱਡੀ ਦਾ ਡਰਾਈਵਰ ਸੀ ਨਾ ਜੀ, ਮਨ ਹੀ ਸੌਂ ਗਿਆ ਤੇ ਸਵਾਰੀਆਂ ਨੇ ਤੇ ਆਪੇ ਸੋਣਾ ਹੀ ਸੋਣਾ ਸੀ। ਹੁਣ ਡਰਾਈਵਰ ਸੌਂ ਗਿਆ ਤੇ ਖੰਤੀ ਛੁੱਟ ਗਈ, ਸਾਰਿਆਂ ਨੂੰ ਸਦਾ ਦੀ ਨੀਂਦ ਸਵਾਤਾ ਹੈ। ਜਿਹੜਾ ਮਨ ਸੀ ਨਾ, ਇਹ ਡਰਾਈਵਰ ਸੀ ਸਰੀਰ ਦਾ, ਮਨ ਸੌਂ ਗਿਆ, ਅੱਖਾਂ ਵੀ ਸੌਂ ਗਈਆਂ, ਕੰਨ ਵੀ ਸੌਂ ਗਏ ਤੇ ਨੱਕ ਵੀ ਸੌਂ ਗਿਆ ਜੀ, ਸਾਰੇ ਦੇ ਸਾਰੇ ਗਿਆਨ ਇੰਦਰੇ ਹੁਣ ਸੌਂ ਗਏ ਨੇ। ਸਾਧ ਸੰਗਤ ਕੱਲਰ ਕੇਰੀ ਛੱਪੜੀ ਕਊਆ ਮਲ ਮਲ, ਵਿਕਾਰਾਂ ਦੀ ਛੱਪੜੀ ਦੇ ਵਿੱਚ ਬੜਾ ਨਹਾਉਂਦਾ ਜੀ। ਮਨ ਤਨ ਮੈਲਾ ਅਵਗੁਣੀ, ਚਿੰਜ ਭਰੀ ਗੰਧੀ ਆਏ, ਸਰਵਰ ਹੰਸ ਨ ਜਾਣਿਆ। ਗੁਰੂ ਸਰੋਵਰ ਦੀ ਸਾਰ ਨਹੀਂ ਜਾਣੀ ਹੈ। ਇੱਕ ਬੇਨਤੀ ਕਰਾਂ ਜੀ, ਥੋੜੀ ਜਿਹੀ ਤਵੱਜੋ ਦਿਓ, ਸਾਡੇ ਵਾਸਤੇ ਗੁਰੂ ਸਰੋਵਰ ਹੈ, ਹੰਸ ਵਾਸਤੇ ਨਾ ਜੀ। ਹੰਸ ਸਰੋਵਰਾਂ ਦੇ ਵਿੱਚੋਂ, ਹੰਸ ਸਮੁੰਦਰਾਂ ਵਿੱਚੋਂ ਹੀਰੇ ਮੋਤੀ ਲੱਭਦੇ ਆ ਜੀ। ਅਸੀਂ ਕੌਣ ਆ ਜੀ ਭਲਾ? ਹੰਸ। ਤੇ ਗੁਰੂ ਕੀ ਹੈ ਜੀ ਭਲਾ? ਸਰੋਵਰ। ਅਸੀਂ ਗੁਰੂ ਸਰੋਵਰ ਚੋਂ ਕੀ ਲੱਭਣਾ ਜੀ ਭਲਾ? ਹੀਰੇ ਮੋਤੀ। ਲੱਭੇ ਭਲਾ ਕਿਸੇ ਸਿੱਖ ਨੇ ਭਲਾ? ਜਿਨ੍ਹਾਂ ਨੇ ਲੱਭੇ ਆ ਉਹ ਪ੍ਰਵਾਨ ਆ ਜੀ, ਉਹਨਾਂ ਅੱਗੇ ਸਾਡਾ ਵੀ ਸੀਸ ਝੁਕਦਾ। ਪਰ ਅਜੇ ਲੱਭੇ ਬਹੁਤ ਵਿਰਲਿਆਂ ਨੇ। ਜੇ ਲੱਭੇ ਹੁੰਦੇ ਨਾ ਤੇ ਸਿੱਖ ਕੌਮ ਦੀ ਆਹ ਹਾਲਤ। ਇਹ ਵੀਰਵਾਰ ਚੜ੍ਹਦਾ ਕਿਸੇ ਹੋਰ ਕਬਰ ਤੇ, ਮੰਗਲਵਾਰ ਚੜ੍ਹਦਾ ਕਿਤੇ ਹੋਰ, ਫਲਾਣਾ ਦਿਨ ਚੜ੍ਹਦਾ ਨਾ, ਵਾਰ ਵੰਡੇ ਹੋਇਆ ਮੈਨੂੰ ਮਾਫ ਕਰਿਓ ਸਾਧ ਸੰਗਤ। ਇੱਥੇ ਤਾਣਾ ਬਾਣਾ ਉਲਝਿਆ ਪਿਆ ਸਾਰਾ ਹੀ। ਗੁਰੂ ਹੈ ਤੇ ਸਰੋਵਰ ਦੇ ਵਿੱਚ ਕੋਈ ਸ਼ੱਕ ਨਹੀਂ, ਤੇ ਗੁਰੂ ਵਿੱਚ ਜਿਹੜੇ ਹੀਰੇ ਮੋਤੀ ਆ ਉਹਨਾਂ ਦੇ ਬਾਰੇ ਕਿਹਾ ਵੀ ਨਹੀਂ ਜਾ ਸਕਦਾ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਪਰ ਜਿਹੜੇ ਹੰਸ ਸੀ ਨਾ, ਇਹ ਕਾਂ ਬਣ ਗਏ, ਇਹ ਹੰਸ ਬਣਨ ਨੂੰ ਤਿਆਰ ਨਹੀਂ, ਕਿਉਂਕਿ ਹੰਸ ਜਿਹੜਾ ਉਹ ਹੀਰੇ ਮੋਤੀ ਚੁਗਦਾ, ਤੇ ਇਹ ਸਿੱਖ ਹੰਸ ਬਣ ਕੇ ਹੀਰੇ ਮੋਤੀ ਚਗਣ ਲਈ ਤਿਆਰ ਨਹੀਂ ਹੈ। ਇਹ ਕਹਿੰਦਾ ਗੁਰੂ ਸਾਹਿਬ ਜੀ ਤੁਹਾਨੂੰ ਤਿਉਹਾਰਾਂ ਤੇ ਵਰਤ ਲੈਂਦੇ ਆ, ਚਲੋ ਬੱਚੇ ਦਾ ਵਿਆਹ ਹੈ, ਤੁਹਾਨੂੰ ਘਰ ਸੱਦ ਲੈਂਦੇ ਆ, ਪਾਠ ਕਰਾ ਦਿੰਦੇ ਆ, ਪਰ ਲਾਗੇ ਅਸੀਂ ਕਿਸੇ ਨੇ ਬਹਿਣਾ ਨਹੀਂ। ਵੈਸੇ ਨਾ ਜੀ ਅਕਾਲ ਤਖਤ ਵੱਲੋਂ ਪ੍ਰਮਾਣਿਤ ਕੀਤੀ ਗਈ ਸਿੱਖ ਰਹਿਤ ਮਰਿਆਦਾ 32 ਪੇਜਾਂ ਦੀ, ਘਰ ਲਿਆ ਕੇ ਜ਼ਰੂਰ ਪੜ੍ਹਿਆ ਕਰੋ। ਸਾਡੇ ਕੋਲ ਪਈ, ਜੇ ਕਿਸੇ ਨੇ ਖੜਨੀ ਹੋਵੇ ਤੇ ਲੈ ਜਾਓ ਜੀ, ਰੂਮ 'ਚ ਰੱਖੀਆਂ ਮੈਂ 5-7 ਲਿਆ ਕੇ, ਜੇ ਕਿਸੇ ਨੇ ਖੜਨੀ ਹੋਵੇ ਦੱਸ ਦਿਓ। 32 ਪੇਜਾਂ ਦੀ ਸਿੱਖ ਰਹਿਤ ਮਰਿਆਦਾ ਪੜ੍ਹਿਓ ਜ਼ਰੂਰ। ਉਹਦੇ ਵਿੱਚ ਪਤਾ ਕੀ ਲਿਖਿਆ? ਸਿੱਖ ਬਾਣੀ ਆਪ ਪੜ੍ਹੇ, ਜੇ ਪੜ੍ਹਨੀ ਨਹੀਂ ਆਉਂਦੀ ਤੇ ਕਿਸੇ ਸੂਝਵਾਨ ਸੱਜਣ ਦੇ ਲਾਗੇ ਬਹਿ ਕੇ ਬੋਲੋ ਜੀ, ਸੁਣ ਲਓ। ਇੱਦਾਂ ਲਿਖਿਆ ਜੀ ਉਹਦੇ ਵਿੱਚ, ਤੁਸੀਂ ਪੜ੍ਹ ਲਿਓ। ਪਰ ਸਾਡੇ ਕੀ ਕਰਦੇ ਆ ਭਲਾ? ਸਾਡਿਆਂ ਨੂੰ ਚਲੋ ਜਿਨ੍ਹਾਂ ਨੂੰ ਪੜ੍ਹਨੀ ਆਉਂਦੀ, ਵੈਸੇ ਤੁਸੀਂ ਸਾਰੇ ਸਹਿਜ ਪਾਠ ਕਰਦੇ, ਜਿਨ੍ਹਾਂ ਨੂੰ ਪੜ੍ਹਨੀ ਆਉਂਦੀ ਉਹ ਪੜ੍ਹਦੇ ਆ, ਤੇ ਜਿਨ੍ਹਾਂ ਨੂੰ ਪੜ੍ਹਨੀ ਵੀ ਨਹੀਂ ਨਾ ਆਉਂਦੀ ਉਹ ਨਾ ਲਾਗੇ ਬਹਿਣਾ ਚਾਹੁੰਦੇ ਆ ਤੇ ਨਾ ਆਪ ਮਿਹਨਤ ਕਰਕੇ ਕਹਿੰਦੇ ਬਾਬਾ ਜੀ ਤੁਸੀਂ ਪੜ੍ਹੀ ਜਾਓ ਇਕੱਲੇ, ਤੁਹਾਨੂੰ ਭੇਟਾ ਦੇ ਦਾਂਗੇ, ਤੁਹਾਨੂੰ ਪ੍ਰਸ਼ਾਦਾ ਛਕਾ ਦਾਂਗੇ, ਸਬਜ਼ੀ 'ਚ 2 ਚਮਚੇ ਘਿਓ ਵੱਧ ਪਾ ਦਾਂਗੇ, ਤੁਸੀਂ ਉੱਚੀ ਉੱਚੀ ਬੋਲੀ ਜਾਇਆ ਕਰੋ ਤੇ ਅਸੀਂ ਆਪਣਾ ਕੰਮ ਇੱਦਾਂ ਹੀ ਕਰਦੇ ਹਾਂ ਨਾ ਜੀ। ਅਸੀਂ ਕਈ ਵਾਰ ਤੇ ਕਹਿ ਵੀ ਦਿੱਤਾ ਜਾਂਦਾ ਸਾਧ ਸੰਗਤ ਇੱਦਾਂ ਕਿ ਬਾਬਾ ਜੀ ਤੁਸੀਂ ਬੋਲੋ, ਅੰਦਰ ਕੋਈ ਬੈਠਾ ਨਹੀਂ ਹੁੰਦਾ, ਬਾਬਾ ਜੀ ਕੰਧਾਂ ਨੂੰ ਪਾਠ ਸੁਣਾਉਣਗੇ ਭਲਾ। ਅੱਛਾ ਵਿਗੜਿਆ ਕੌਣ ਹੈ ਜੀ ਭਲਾ?
ਵਿਗੜਿਆ ਮਨ। ਦੁਖੀ ਕੌਣ ਹੈ ਜੀ ਭਲਾ? ਅਸੀਂ ਦੁਖੀ ਅਸੀਂ ਆ ਨਾ ਜੀ, ਅਸੀਂ ਪਰੇਸ਼ਾਨ ਆ। ਘਰ ਵਿੱਚ ਲੜਾਈ ਕਿਹਨਾਂ ਨੇ ਪਾਈ ਹੈ ਜੀ ਭਲਾ? ਬੰਦਿਆਂ ਨੇ। ਪਰ ਬੰਦੇ ਗੁਰੂ ਦੇ ਲਾਗੇ ਬਹਿਣ ਲਈ ਬੋਲੋ ਪਿਆਰਿਓ ਤਿਆਰ ਨਹੀਂ ਹੈਗੇ। ਭਲਾ ਹੋ ਸਕਦਾ? ਭਲਾ ਕਿਹਾ ਜਾਂਦਾ ਨਹੀਂ ਨਹੀਂ ਬਾਬਾ ਜੀ ਤੁਸੀਂ ਪਾਠ ਕਰੋ, ਤੁਹਾਨੂੰ ਭੇਟਾ ਦਿੱਤੀ ਜਾਏਗੀ, ਤੁਹਾਨੂੰ ਸਾਰਾ ਕੁਝ, ਮੈਨੂੰ ਮਾਫ ਕਰਿਓ। ਇੱਕ ਬੇਨਤੀ ਕਹਿ ਰਹੇ ਹਾਂ ਜੀ ਕਥਾਵਾਚਕ ਹੋਣ ਦੇ ਨਾਤੇ, ਸੱਚੀ ਗੱਲ ਹੈ ਜੀ, ਧਿਆਨ ਦਿਓ। ਤੁਸੀਂ ਨਾ ਪਾਠ ਕਰਾਉਂਦੇ ਹੋ ਤੇ ਲਾਗੇ ਬਹਿ ਕੇ ਸੁਣਿਆ ਜ਼ਰੂਰ ਕਰੋ। ਇਹ ਨਹੀਂ ਕਿ ਹੁਣ ਅਸੀਂ ਡਿਊਟੀਆਂ ਨਹੀਂ ਲਾਉਣ ਜਾਂਦੇ, ਅਸੀਂ ਵੀ ਕਈ ਵਾਰ ਚਲੇ ਜਾਂਦੇ ਜੇ ਕਿਸੇ ਦੇ ਘਰ ਪਾਠ ਹੁੰਦਾ। ਜਦੋਂ ਕੋਈ ਲਾਗੇ ਬੈਠਾ ਹੁੰਦਾ ਨਾ ਜੀ 2 ਘੰਟੇ ਜ਼ਬਾਨ ਮੂੰਹ 'ਚ ਨਹੀਂ ਪਾਈਦੀ। ਪਤਾ ਕਿਉਂ? ਅਗਲੇ ਸਤਿਕਾਰ ਕਰਦੇ ਆ, ਸਾਨੂੰ ਨੇੜੇ, ਸਾਡੇ ਨੇੜੇ ਬਹਿ ਕੇ ਬਾਣੀ ਸੁਣਨਾ ਚਾਹੁੰਦੇ ਤਾਂ ਕਿ ਇਹਨਾਂ ਦਾ ਵੀ ਭਲਾ ਹੋ ਜਾਏ। ਸੱਚੀ ਗੱਲ ਹੈ ਜੀ, ਕਦੇ ਤਜਰਬਾ ਕਰਕੇ ਵੇਖ ਲਿਓ ਤੁਸੀਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਸੰਗਤ ਬੈਠੀ ਹੋਵੇ ਨਾ ਅੰਦਰ ਤੇ ਉਹਨਾਂ ਨੂੰ ਪਾਠ ਸਰਵਣ ਕਰਵਾਇਆ ਜਾਏ ਤਾਂ ਕਿ ਉਹਨਾਂ ਦਾ ਭਲਾ ਹੋ ਜਾਏ। ਉਹ ਵੀ ਵਿਚਾਰੇ ਕਰਵਾ ਵੀ ਤਾਂ ਹੀ ਰਹੇ ਹਨ। ਪਰ ਅੱਜ ਪਤਾ ਕੀ ਹੁੰਦਾ ਜੀ, ਸੁਣਨਾ ਕੋਈ ਨਹੀਂ ਚਾਹੁੰਦਾ। ਇੱਕ ਰਸਮ ਦੇ ਰੂਪ ਦੇ ਵਿੱਚ, ਰਸਮ ਦੇ ਰੂਪ ਦੇ ਵਿੱਚ ਬਾਣੀ ਨੂੰ ਵਰਤਿਆ ਜਾ ਰਿਹਾ। ਮੈਨੂੰ ਮਾਫ ਕਰਿਓ, ਇਹ ਬਾਣੀ ਨੂੰ ਤਿਆਰ ਤੇ ਮਾਲਕ ਨੇ ਕੀਤਾ ਸੀ ਕਿ ਤੁਸੀਂ ਸ਼ੁਭ ਗੁਣ ਆਪਣੀ ਜ਼ਿੰਦਗੀ 'ਚ ਸ਼ਮੂਲੀਅਤ ਕਰੋ, ਚੰਗੇ ਗੁਣ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਓ, ਤੁਹਾਡਾ ਭਲਾ ਹੋਏਗਾ। ਪਰ ਸਾਡੇ ਸਿੱਖਾਂ ਨੇ ਬਾਣੀ ਨੂੰ ਰਸਮੀ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਭਲਾ ਕਿੱਥੋਂ ਹੋਏਗਾ? ਭਲਾ ਬਰੀਕੀ ਨਾਲ ਸਮਝੋ ਜੀ। ਸਰਵਰ ਹੰਸ ਗੁਰੂ ਸਰੋਵਰ ਦੀ ਸਾਰ ਨਹੀਂ ਜਾਣੀ। ਇੱਕ ਬੇਨਤੀ ਕਰਾਂ ਜੀ, ਅੱਗੇ ਮੈਂ ਜਿਹੜੀ ਬੇਨਤੀ ਕੀਤੀ ਸੀ, ਸਾਲ ਨਵਾਂ ਚੜਿਆ ਤੇ ਇਹਨੇ ਫਿਰ ਪੁਰਾਣੇ। ਪਰ ਸਾਹਿਬ ਮੇਰਾ ਹੋ ਸਕਦਾ ਪੁਰਾਣਾ? ਭਲਾ ਰੋਜ਼ ਜਪਜੀ ਸਾਹਿਬ ਪੜੋ। ਜਪਜੀ ਸਾਹਿਬ ਪੜ੍ਹਦਿਆਂ ਨਾ ਸਿੱਖ ਅੱਕਦਾ ਹੈ, ਨਾ ਸਿੱਖ ਥੱਕਦਾ ਹੈ। ਤੇ ਰੋਜ਼ ਜਪਜੀ ਸਾਹਿਬ ਪੜੇਗਾ, ਰੋਜ਼ ਜਪਜੀ ਸਾਹਿਬ ਤੋਂ ਕੋਈ ਨਵੇਕਲੀ ਵਿਚਾਰਧਾਰਾ ਲੱਭੇਗੀ। ਜੇ ਤੁਸੀਂ ਧਿਆਨ ਦੇ ਨਾਲ ਰੋਜ਼ ਬਾਣੀ ਪੜੋਗੇ ਨਾ ਜੀ, ਰੋਜ਼ ਬਾਣੀ ਦੇ ਵਿੱਚੋਂ ਰੋਜ਼ ਹੀ ਕੁਝ ਨਾ ਕੁਝ, ਇੱਕ ਇੱਕ ਪੌੜੀ ਦੇ ਵਿੱਚੋਂ ਪਤਾ ਨਹੀਂ ਕਿੰਨਾ, ਇੱਕ ਇੱਕ ਅੱਖਰ 'ਚ ਪਤਾ ਨਹੀਂ ਕਿੰਨਾ ਕੁ ਗਿਆਨ ਸਮਾਇਆ ਹੋਇਆ ਹੈ। ਪਰ ਸਾਡੇ ਸਿੱਖਾਂ ਨੂੰ ਵਿਹਲ ਹੋਵੇ ਤੇ ਅਸੀਂ ਇਸ ਪਾਸੇ ਆਈਏ, ਭਲਾ ਸਮਝ ਆਏਗੀ ਤਾਂ ਹੀ ਹੈ ਨਾ ਜੀ। ਸਾਹਿਬ ਮੇਰਾ ਨਿਤ ਨਵਾਂ ਹੈ ਗੁਰੂ ਸਾਡੇ ਵਾਸਤੇ। ਸਾਡੀ ਝੋਲੀ ਵਿੱਚ ਤੇ ਗੁਰੂ ਹੀ ਉਹ ਪਾਇਆ ਗਿਆ ਜਿਹੜਾ ਕਦੇ ਪੁਰਾਣਾ ਹੁੰਦਾ ਹੀ ਨਹੀਂ। ਭਲਾ ਇਹ 2020 ਵੀ ਪੁਰਾਣਾ ਹੋ ਜਾਣਾ ਨਾ ਆਉਣ ਵਾਲੇ ਸਮੇਂ 'ਚ। ਫਿਰ ਅੱਗੇ 21 ਸਾਲ ਪੈ ਗਏ, ਉਹਨੇ ਪੁਰਾਣੇ ਹੋ ਜਾਣਾ। ਇੱਦਾਂ ਸਾਰੇ ਬਦਲਦੇ ਰਹਿਣੇ, ਪੁਰਾਣੇ ਹੁੰਦੇ ਜਾਣੇ। ਗੁਰੂ ਨੇ ਨਹੀਂ ਪੁਰਾਣਾ ਹੋਣਾ। ਜਪਜੀ ਕਦੇ ਪੁਰਾਣਾ, ਜਪ ਜਾਪ ਸਵਈਏ ਚੌਪਈ ਆਨੰਦ, ਰਹਿਰਾਜ ਸੋਹਿਲਾ ਸੁਖਮਣੀ, ਆਸਾ ਕੀ ਵਾਰ ਕਦੇ ਪੁਰਾਣੀ ਨਹੀਂ ਹੋਏਗੀ। ਤੁਸੀਂ ਪੜ੍ਹ ਕੇ ਵੇਖੋ, ਕਦੇ ਮਨ ਇਕਾਗਰ ਕਰਕੇ ਨਾ ਜੀ, ਅਸੀਂ ਕਦੇ ਦਿਲ ਤੇ ਦਿਮਾਗ ਤੇ ਬੋਝ ਪਾ ਕੇ ਬਾਣੀ ਪੜ੍ਹੀਏ ਨਾ, ਸੱਚਮੁੱਚ ਇੱਕ ਇੱਕ ਅੱਖਰ ਵਿੱਚੋਂ ਸਮੋਇਆ ਹੋਇਆ ਗਿਆਨ ਸਾਡੀ ਝੋਲੀ ਵਿੱਚ ਪਏਗਾ। ਅਸੀਂ ਹੱਥ ਕਰ ਉੱਠਾਂਗੇ, ਵਾਹ ਗੁਰੂ, ਜਿਹੜਾ ਤੂੰ ਸਾਡੀ ਝੋਲੀ ਵਿੱਚ ਗੁਰੂ ਪਾਇਆ ਨਾ, ਇਸ ਗੁਰੂ ਦੇ ਬਾਰੇ ਸਾਡੇ ਕੋਲ ਕਿਹਾ ਨਹੀਂ ਜਾ ਸਕਦਾ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ। ਮੈਂ ਅੱਗੇ ਇੱਕ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਨਾ ਸੰਗਤਾਂ ਨੂੰ ਬੇਨਤੀ ਕੀਤੀ ਸੀ। ਮੈਂ ਕਿਹਾ ਸੀ ਗੁਰੂ ਨੂੰ ਸੀਸ ਝੁਕਾਉਂਦੇ ਕਿਉਂ ਆ? ਕੱਲੇ ਬਹਿ ਕੇ ਨਾ ਛੱਤ ਤੇ ਬਹਿ ਕੇ, ਹੁਣ ਠੰਡਾ ਨੇ, ਕਈ ਵਾਰ ਸੂਰਜ ਨਿਕਲੇ ਤੇ ਛੱਤ ਤੇ ਬਹਿ ਕੇ ਨਾ ਸੋਚਿਓ ਜ਼ਰੂਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੀਸ ਝੁਕਾਉਂਦੇ ਕਿਉਂ ਆ? ਝੁਕਾਉਂਦੇ ਕਿਉਂ? ਜਿਹੜਾ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾ ਰਿਹਾ ਨਾ ਜੀ, ਉਹਨੂੰ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਕਿੰਨੇ ਆ। ਉਹਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਅੰਗ ਕਿੰਨੇ ਆ, ਗੁਰੂ ਗ੍ਰੰਥ ਸਾਹਿਬ ਕਿੰਨੇ ਗੁਰੂਆਂ, ਭੱਟਾਂ, ਭਗਤਾਂ, ਗੁਰਸਿੱਖਾਂ ਦੀ ਬਾਣੀ ਹੈ। ਉਹ ਕਹਿੰਦੇ ਸਾਨੂੰ ਨਹੀਂ ਪਤਾ। ਤੇ ਜੇ ਪੋਤਰੇ ਨੇ ਦਾਦੇ ਨੂੰ ਆਖਤਾ ਫਿਰ ਗੁਰਦੁਆਰੇ ਪਤਾਸੇ ਖਾਣ ਜਾਂਦਾ ਸੀ। ਬੋਲੋ ਪਿਆਰੇ, ਦਾਦਾ ਗੁਰਦੁਆਰੇ ਜਾਂਦਾ ਸੀ, ਦਾਦੇ ਨੂੰ ਪੋਤਰੇ ਨੇ ਆਖਤਾ, ਕਹਿੰਦਾ ਦਾਦਾ ਜੀ ਤੁਸੀਂ ਰੋਜ਼ ਗੁਰਦੁਆਰੇ ਜਾਂਦੇ, ਇੰਜ ਕਰੋ 4 ਸਾਹਿਬਜ਼ਾਦੇ ਦੇ ਸੀਰੀਅਲ ਬਾਈ ਨਾਮ ਸੁਣਾਓ। ਦਾਦਾ ਕੀ ਕਹਿੰਦਾ? ਮੈਨੂੰ ਬੋਲੋ ਪਿਆਰੇ ਨਹੀਂ ਆਉਂਦੇ। ਤੇ ਪੁੱਤਰਾ ਹੁਣ ਪੜ੍ਹਿਆ ਲਿਖਿਆ ਵਰਗ ਹੈ, ਉਹ ਅਗਲਾ ਕੀ ਕਹੇਗਾ ਭਲਾ? ਆਖੇ ਤੁਸੀਂ ਗੁਰਦੁਆਰੇ ਲੈਣ ਕੀ ਜਾਂਦੇ ਹੋ? ਆਖੀ ਜੇ ਦਾਦਾ ਜੀ ਮੰਨ ਲਓ ਤੁਹਾਡੇ ਪੁੱਤਰ, ਮੇਰੇ ਪਿਤਾ ਜੀ ਮੇਰੀ ਪੜ੍ਹਾਈ ਤੇ ਪੈਸਾ ਲਾ ਰਹੇ ਆ, ਤੇ ਮੰਨ ਲਓ ਜੀ ਮੈਂ ਇੱਕ ਕਲਾਸ ਦੇ ਵਿੱਚ ਹੀ ਫਸਿਆ ਰਵਾਂ 4 ਸਾਲ, ਤੁਸੀਂ ਮੈਨੂੰ ਪੜ੍ਹਨੇ ਲਾਓਗੇ ਕਿ ਡੰਗਰ ਚਾਰਨੇ ਲਾਓਗੇ, ਜਾਂ ਮੈਨੂੰ ਦੁਕਾਨ ਤੇ ਭਾਲਣਾ ਸ਼ੁਰੂ ਕਰੋਗੇ? ਦਾਦੇ ਨੇ ਆਖਣਾ ਤੈਨੂੰ ਦੁਕਾਨ ਤੇ ਭਾਲਾਂਗੇ। ਤੇ ਆਖੇ ਹੁਣ ਤੇਰਾ ਕੀ ਕਰੀਏ ਭਲਾ, ਤੂੰ ਤਾਂ ਇੰਨੇ ਸਾਲ ਗੁਰਦੁਆਰੇ ਜਾਂਦਾ ਰਿਹਾ। ਬੋਲੋ ਪਿਆਰਿਓ, ਮੈਨੂੰ ਮਾਫ ਕਰਿਓ, ਮੈਂ ਉਹਨਾਂ ਚੋਂ ਨਹੀਂ ਆ ਕਿ ਅਸੀਂ ਇਹ ਗੱਲਾਂ ਜੀ ਬਸ ਅੱਜ ਪਤਾ ਪੋਚੇ ਪਾਏ ਜਾਂਦੇ ਆ ਜੀ। ਅੱਜ ਦੇ ਸਮਾਜ, ਅੱਜ ਮੇਰੇ ਵਰਗੇ ਪ੍ਰਚਾਰਕ, ਰਾਗੀ, ਢਾਡੀ, ਕਵੀਸ਼ਰ ਪਤਾ ਕੀ ਕਰਦੇ, ਉਹਨਾਂ ਨੂੰ ਡਰ ਲੱਗਦਾ ਵਿਚਾਰਿਆਂ ਨੂੰ। ਉਹ ਕਹਿੰਦੇ ਬੋਲ ਪੈ ਕਿਤੇ ਕੋਈ ਸਵਾਲ ਨਾ ਕਰਦੇ। ਪਰ ਇੱਥੇ ਰਹਿੰਦੇ ਆ ਜੀ, ਇੱਥੇ ਹੀ ਸਾਲ ਹੋ ਗਿਆ ਨਾ ਜੀ, ਕਦੇ ਪਰਵਾਹ ਨਹੀਂ ਕੀਤੀ, ਇੱਦਾਂ ਹੀ ਬੋਲਦੇ ਆ।
ਪਰ ਕਾਰਨ ਪਤਾ ਕੀ, ਜੇ ਅਸੀਂ ਸਿੱਖਣਾ ਗੁਰੂ ਕੋਲ ਬਹਿ ਕੇ, ਅਸੀਂ ਗੁਰੂ ਦੀ ਗੋਦ ਵਿੱਚ ਬਹਿ ਕੇ ਸਿੱਖੀਏ, ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਤੇ ਸਵਾਲ ਕਰੇਗੀ। ਜਦੋਂ ਜਵਾਬ ਨਹੀਂ ਆਏਗਾ ਨਾ, ਤੇ ਜਿਹੜੀ ਹਾਲਤ ਸਾਡੀ ਹੋਣੀ ਆ ਨਾ, ਮੈਨੂੰ ਮਾਫ ਕਰਿਓ ਮੇਰੀ ਉਹ ਬਜ਼ੁਰਗ ਮਾਓ, ਮੇਰੇ ਉਹ ਪਿਤਾ ਦੇ ਸਮਾਨ ਬੈਠੇ ਵੀਰੋ, ਤੁਸੀਂ ਆਪਣੇ ਅੰਦਰ ਅੰਦਾਜ਼ਾ ਲਾ ਕੇ ਸੋਚਿਓ ਜ਼ਰੂਰ ਸਾਡੇ ਤੋਂ ਉਸ ਵਕਤ ਕੀ ਬੀਤੇਗੀ। ਤੁਸੀਂ ਬੜੇ ਸ਼ਰਧਾ ਵਾਲੇ ਸਿੱਖ ਹੋ ਜੀ, ਬੜੇ ਭਾਵਨਾ ਵਾਲੇ ਸਿੱਖ ਹੋ, ਤੁਸੀਂ ਗੁਰਦੁਆਰਾ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਅਸੀਂ ਗੁਰੂ ਕੋਲ ਬਹਿ ਕੇ ਨਾ ਸਿੱਖੀਏ, ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ। ਅਸੀਂ ਗੁਰੂ ਸਰੋਵਰ ਦੀ ਸਾਰ ਨਹੀਂ ਜਾਣੀ, ਸਾਰ ਜਾਣੀਏ ਜ਼ਰੂਰ, ਨੇੜੇ ਬਹਿ ਕੇ ਸਮਝੀਏ। ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ, ਸਾਕਤ ਸਿਉ ਐਸੀ ਪ੍ਰੀਤ ਹੈ ਬੁੱਝੋ ਰੰਗ ਗਿਆਨੀ। ਸੰਤ ਸਭਾ ਜੈਕਾਰ ਕਰ, ਸੰਤਾਂ ਦੀ ਸੰਗਤ ਵਿੱਚ ਬਹਿ ਕੇ ਜੈ ਜੈਕਾਰ ਕਰਿਆ ਕਰ। ਭਲਿਆਂ ਮਾਨਸਾਂ ਦੀ, ਚੰਗਿਆਂ ਪੁਰਸ਼ਾਂ ਦੀ ਸੰਗਤ ਵਿੱਚ ਬਹਿ ਕੇ ਜੈ ਜੈਕਾਰ ਦਾ ਅਰਥ, ਜੈਕਾਰ ਦਾ ਅਰਥ ਪਤਾ ਕੀ, ਸਿਫਤ ਸਲਾਹ। ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ, ਨਿਰਮਲ ਨਾਵਣ ਨਾਨਕਾ ਗੁਰ ਤੀਰਥ। ਗੁਰੂ ਤੀਰਥ ਵਿੱਚ ਚੁੱਭੀਆਂ ਲਾਈਏ ਜੀ, ਸ਼ਬਦ ਦੇ ਵਿੱਚ ਚੁੱਭੀਆਂ ਲਾਈਏ, ਸ਼ਬਦ ਨੂੰ ਆਪਣੀ ਸੁਰਤ ਵਿੱਚ ਟਿਕਾਈਏ, ਚੰਗੀ ਜ਼ਿੰਦਗੀ ਜਿਉਈਏ ਜੀ। ਹਰ ਪਲ ਹਰ ਘੜੀ ਨਵੀਂ ਵਿਚਾਰਧਾਰਾ ਲੈ ਕੇ ਆਪਣੀ ਜ਼ਿੰਦਗੀ ਨੂੰ ਸੋਹਣਿਆ ਬਣਾਉਣ ਦਾ ਯਤਨ ਕਰ ਸਕੀਏ। ਪਿਆਰਿਓ, ਦਾਸਰੇ ਦੇ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ, ਭੁੱਲਾਂ ਮੇਰੀ ਝੋਲੀ ਵਿੱਚ ਪਾ ਦਿਓ। ਚੰਗਾ ਲੱਗਾ ਬਚਨ ਹਿਰਦੇ ਵਿੱਚ ਜ਼ਰੂਰ ਵਸਾਇਓ। ਹੁਣ ਸਾਡੇ ਕੋਲ ਸਤਿਕਾਰਯੋਗ ਭਾਈ ਮਨਿੰਦਰ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਪਹੁੰਚੇ ਹੋਏ ਹਨ। ਬਹੁਤ ਬਹੁਤ ਧੰਨਵਾਦ ਵੀਰ ਜੀ ਦਾ, ਜੀ ਆਇਆਂ ਨੂੰ। ਆਓ ਆਪ ਜੀ ਸਮੂਹ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਓ ਜੀ, ਬਖਸ਼ੋ ਆਸੀਸ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।